ਹਾਲੇਲੂਇਆ, ਹਾਲੇਲੂਇਆ। ਸਭ ਨੂੰ ਜੈ ਮਸੀਹ ਦੀ। ਜੈ ਮਸੀਹ ਦੀ, ਜੈ ਮਸੀਹ ਦੀ, ਹਾਲੇਲੂਇਆ। ਪ੍ਰੇਜ਼ ਦ ਲਾਰਡ। ਖਵਾਲ ਜੀ ਆਪ ਪਰਮੇਸ਼ਰ ਦਾ ਸ਼ੁਕਰ ਕਰਦੇ ਹਾਂ ਆਮੇਨ। ਕਿ ਆ ਮੌਕਾ ਦਿੰਦਾ, ਔਰ ਆਪ ਦਾ ਵੀ ਸ਼ੁਕਰ ਕਰਦੇ ਹਾਂ। ਓ ਹਾਲੇਲੂਇਆ, ਤੁਸੀਂ ਟਾਈਮ ਕੱਢ ਕੇ ਆਉਂਦੇ ਹੋ, Oh, ਔਰ ਪਰਮੇਸ਼ਰ ਪ੍ਰੇਜ਼ ਦ ਇਸੇ ਤਰ੍ਹਾਂ ਤੁਹਾਨੂੰ ਰੱਬ ਦੇ ਕੰਮਾਂ ਦੇ ਲਈ ਵਰਤਦਾ ਹੈ। ਹਾਂਜੀ, ਥੈਂਕ ਯੂ ਸਰ। ਅਤੇ ਆਪਾਂ ਸ਼ੁਰੂ ਕਰਦੇ ਹਾਂ ਜੀ। ਆਪਣੇ ਸਾਮਜ਼, ਜ਼ਬੂਰ, ਭਜਨ ਕੁਛ ਆਇਤਾਂ ਪੜ੍ਹਦੇ ਹਾਂ ਜੀ। 136 ਦੀਆਂ ਕੁਛ ਆਇਤਾਂ ਪੜ੍ਹਦੇ ਹਾਂ। ਸਾਮਜ਼, ਜ਼ਬੂਰ 136 ਦੀਆਂ। ਹਾਂਜੀ, ਇਸ ਦੇ ਉੱਪਰ ਨਾਂ ਹੀ ਲਿਖਿਆ ਹੈ ਧੰਨਵਾਦੀ ਭਜਨ। ਧੰਨਵਾਦੀ। ਹਾਂਜੀ, ਧੰਨਵਾਦ ਦਾ। ਹਾਲੇਲੂਇਆ। ਇਹਦੇ 'ਚ ਲਿਖਿਆ ਹੈ ਸਾਮਜ਼, ਜ਼ਬੂਰ 136। ਪ੍ਰਭੂ ਭਲਾ ਹੈ, ਉਸ ਦਾ ਧੰਨਵਾਦ ਕਰੋ। ਉਸ ਦੀ ਦਇਆ ਸਦੀਪਕ ਹੈ। ਸਭ ਦੇਵਤਿਆਂ ਦੇ ਪਰਮੇਸ਼ਰ ਸਭ ਦੇਵਤਿਆਂ ਦੇ ਪਰਮੇਸ਼ਰ ਦਾ ਧੰਨਵਾਦ ਕਰੋ। ਉਸ ਦੀ ਦਇਆ ਸਦੀਪਕ ਹੈ। ਸਭ ਪ੍ਰਭੂਆਂ ਦੇ ਪ੍ਰਭੂ ਦਾ ਧੰਨਵਾਦ ਕਰੋ। ਉਸ ਦੀ ਦਇਆ ਸਦੀਪਕ ਹੈ। ਉਹ ਕੇਵਲ ਮਹਾਨ ਅਦਭੁਤ ਕੰਮ ਕਰਦਾ ਹੈ। ਉਸ ਦੀ ਦਇਆ ਸਦੀਪਕ ਹੈ। ਉਸਨੇ ਆਪਣੀ ਬੁੱਧੀ ਦੁਆਰਾ ਸਵਰਗ ਬਣਾਇਆ। ਕਿਆ ਬਾਤ ਹੈ। ਉਸ ਦੀ ਦਇਆ ਸਦੀਪਕ ਹੈ। ਉਸਨੇ ਪਾਣੀਆਂ ਉੱਤੇ ਧਰਤੀ ਬਣਾਈ। ਉਸ ਦੀ ਦਇਆ ਸਦੀਪਕ ਹੈ। ਕਿਆ ਬਾਤ ਹੈ। ਉਸਨੇ ਸੂਰਜ ਤੇ ਚਾਨਣ ਬਣਾਏ। ਉਸ ਦੀ ਦਇਆ ਸਦੀਪਕ ਹੈ। ਹਾਲੇਲੂਇਆ। ਪਰਮੇਸ਼ਰ ਪਿਤਾ, ਹਾਲੇਲੂਇਆ, ਆਪ ਦਾ ਸ਼ੁਕਰ ਕਰਦੇ ਹਾਂ ਕਿ ਆਪ ਦੀ ਦਇਆ ਸਦੀਪਕ ਹੈ। ਆਪ ਮਹਾਨ ਪਰਮੇਸ਼ਰ ਹੋ, ਔਰ ਆਪ ਦੇ ਪਿਆਰ, ਰਹਿਮ, ਕਿਰਪਾ ਦੇ ਲਈ, ਆਪ ਦੀ ਦਇਆ ਦੇ ਲਈ ਆਪ ਦਾ ਸ਼ੁਕਰ ਕਰਦੇ ਹਾਂ। ਪਰਮੇਸ਼ਰ ਪਿਤਾ, ਸਾਡੇ ਵਿੱਚ ਇਹੋ ਜਿਹੀ ਕੋਈ ਕਾਬਲੀਅਤ, ਕੋਈ ਖਾਸੀਅਤ ਨਹੀਂ ਪਰਮੇਸ਼ਰ ਪਿਤਾ, ਜਿਸ ਕਰਕੇ ਸਾਨੂੰ ਕਿਸੇ ਚੀਜ਼ ਦਾ ਘਮੰਡ ਹੋਵੇ। ਪਰਮੇਸ਼ਰ ਪਿਤਾ, ਸਾਰੀ ਚੰਗਿਆਈ ਤਾਂ ਆਪ ਕੋਲੋਂ ਹੀ ਹੁੰਦੀ ਹੈ। ਇਹ ਆਪ ਦੀ ਦਇਆ ਹੀ ਹੈ। ਪਰਮੇਸ਼ਰ ਪਿਤਾ, ਔਰ ਆਪ ਹਰ ਇੱਕ ਜੀਵ ਦਾ ਖਿਆਲ ਰੱਖਦੇ ਹੋ, ਉਸ ਨੂੰ ਖਾਣ ਨੂੰ ਦਿੰਦੇ ਹੋ ਸਮੇਂ ਸਿਰ। ਪਰਮੇਸ਼ਰ ਪਿਤਾ, ਹਰ ਇੱਕ ਨੂੰ ਆਪਣੇ ਸਾਹ ਦਿੱਤੇ, ਹਵਾ ਦਿੱਤੀ, ਔਰ ਸਾਹ ਲੈਣ ਵਾਸਤੇ, ਔਰ ਆਪਣੀ ਜੀਵਨ ਆਪ ਕੋਲੋਂ ਆਉਂਦਾ। ਆਪ ਨੇ ਹੀ ਜੀਵਨ ਪਾਇਆ ਆਦਮ ਦੇ ਵਿੱਚ, ਆਪਣਾ ਸਾਹ ਫੂਕ ਕੇ। ਪਰਮੇਸ਼ਰ ਪਿਤਾ, ਸਭ ਕੁਛ ਆਪ ਨੇ ਬਣਾਇਆ, ਔਰ ਆਪ ਨੂੰ ਕੁਛ ਵੀ ਭੁੱਲਿਆ ਨਹੀਂ ਹੋਇਆ ਹੈ। ਪਰਮੇਸ਼ਰ ਪਿਤਾ, ਆਪ ਨੇ ਚੰਦ, ਸੂਰਜ, ਸਿਤਾਰੇ ਬਣਾਏ, ਔਰ ਇੱਕ ਇੱਕ ਦਾ ਨਾਮ ਆਪ ਨੇ ਰੱਖਿਆ ਹੋਇਆ ਹੈ, ਔਰ ਆਪ ਨੂੰ ਪਤਾ ਹੈ। ਇੱਕ ਪੰਛੀ ਵੀ ਜਦੋਂ ਮਰਦਾ ਹੈ, ਬਾਈਬਲ ਦੇ ਵਿੱਚ ਲਿਖਿਆ, ਯਿਸੂ ਮਸੀਹ ਕਹਿ ਰਿਹਾ, ਜਦੋਂ ਉਹ ਪੰਛੀ ਵੀ ਮਰਦਾ ਹੈ, ਆਪ ਨੂੰ ਉਸਦਾ ਪਤਾ ਹੈ। ਪਰਮੇਸ਼ਰ ਪਿਤਾ, ਆਪ ਦਾ ਸ਼ੁਕਰ ਕਰਦੇ ਹਾਂ ਕਿ ਆਪ ਨੇ ਇੱਕ ਇੱਕ ਸਾਡੇ ਵਾਲ ਵੀ ਗਿਣੇ ਹੋਏ ਹਨ। ਪਰਮੇਸ਼ਰ ਪਿਤਾ, ਆਪ ਦਾ ਸ਼ੁਕਰ ਕਰਦੇ ਹਾਂ। ਆਪ ਦਿਲ ਦੀਆਂ ਸਾਡੀਆਂ ਗਹਿਰਾਈਆਂ, ਸੋਚਾਂ ਤੱਕ ਜੋ ਸਾਡੇ ਮਨ ਵਿੱਚ ਖਿਆਲ ਵੀ ਆਉਂਦੇ ਹਨ, ਉਸ ਦਾ ਵੀ ਆਪ ਨੂੰ ਪਤਾ ਹੈ। ਪਰਮੇਸ਼ਰ, ਆਪ ਤੋਂ ਕੁਛ ਨਹੀਂ ਛਿਪਿਆ, ਨਾ ਹੀ ਤੁਹਾਡੇ ਤੋਂ ਕੋਈ ਕੁਛ ਛਿਪਾ ਸਕਦਾ ਹੈ। ਪਰਮੇਸ਼ਰ ਪਿਤਾ, ਅਸੀਂ ਆਪ ਦੇ ਕੋਲ ਆਉਂਦੇ ਹਾਂ। ਸਾਡੇ ਤੋਂ ਜੋ ਵੀ ਗਲਤੀ, ਪਾਪ, ਗੁਨਾਹ ਜਾਣੇ ਵਿੱਚ ਹੋ ਗਿਆ ਹੋਵੇ, ਉਸ ਦੇ ਲਈ ਆਪ ਤੋਂ ਮਾਫੀ ਮੰਗਦੇ ਹਾਂ। ਪਰਮੇਸ਼ਰ ਪਿਤਾ, ਸਾਨੂੰ ਮਾਫ ਕਰੋ, ਔਰ ਯਿਸੂ ਮਸੀਹ ਦੇ ਪਵਿੱਤਰ ਲਹੂ ਦੇ ਵਿੱਚ ਢੱਕ ਕੇ ਰੱਖੋ। ਪਰਮੇਸ਼ਰ ਪਿਤਾ, ਆਪ ਦਾ ਸ਼ੁਕਰ ਕਰਦੇ ਹਾਂ। ਆਪ ਦੇ ਇਕਲੌਤੇ ਪੁੱਤਰ, ਸਾਡੇ ਮੁਕਤੀ ਦਾਤਾ ਯਿਸੂ ਮਸੀਹ ਨੂੰ ਇਸ ਧਰਤੀ 'ਤੇ ਭੇਜਿਆ, ਔਰ ਉਸਦੇ ਖੂਨ ਦੀ ਤਾਕਤ ਦੇ ਨਾਲ, ਉਸਦੀ ਖੂਨ ਆਪ ਨੇ ਜੋ ਦਇਆ ਕੀਤੀ, ਪਵਿੱਤਰ ਖੂਨ ਦੀ ਬਲੀ ਦੇ ਨਾਲ ਸਾਨੂੰ ਆਪ ਨੇ ਪਾਕ, ਸਾਫ਼, ਪਵਿੱਤਰ ਬਣਾਇਆ। ਉਸਨੇ ਸਾਡੇ ਜੋ ਸਾਰੇ ਪਾਪ ਚੱਕ ਲਿਆ। ਪਰਮੇਸ਼ਰ ਪਿਤਾ, ਇਹ ਆਪ ਜੀ ਦੀ ਦਇਆ ਹੀ ਹੈ ਕਿ ਆਪ ਨੇ ਸਾਨੂੰ ਨਰਕ ਤੇ ਅੱਗ ਦੀ ਸਜ਼ਾ ਤੋਂ ਬਚਾ ਲਿਆ, ਸਾਨੂੰ ਸਦਾ ਦਾ ਜੀਵਨ ਦਿੱਤਾ। ਪਰਮੇਸ਼ਰ ਪਿਤਾ, ਔਰ ਸਾਡੇ 'ਤੇ ਇਹ ਭੇਦ ਖੋਲ੍ਹਿਆ। ਪਰਮੇਸ਼ਰ ਪਿਤਾ, ਆਪ ਜੀ ਦੇ ਪਵਿੱਤਰ ਆਤਮਾ ਦਾ ਸ਼ੁਕਰ ਕਰਦੇ ਹਾਂ। ਪਵਿੱਤਰ ਆਤਮਾ ਜੀ, ਸਾਨੂੰ ਗਾਈਡ ਕਰੋ, ਲੀਡ ਕਰੋ। ਅਸੀਂ ਸੱਚ ਦੇ ਰਾਸਤੇ 'ਤੇ ਚੱਲਣਾ ਚਾਹੁੰਦੇ ਹਾਂ, ਸੱਚ ਨੂੰ ਸਮਝਣਾ ਚਾਹੁੰਦੇ ਹਾਂ। ਆਪ ਦਾ ਵਚਨ ਸੱਚਾ ਹੈ, ਆਪ ਦਾ ਵਚਨ ਮਿੱਠਾ ਹੈ, ਆਪ ਦੇ ਵਚਨ ਦੇ ਵਿੱਚ ਜੀਵਨ ਹੈ, ਔਰ ਇਹ ਰੌਸ਼ਨੀ ਹੈ। ਪਰਮੇਸ਼ਰ ਪਿਤਾ, ਆਪ ਦੇ ਹੀ ਦਿੱਤੇ ਹੋਏ ਇਸ ਬਖਸ਼ੇ ਹੋਏ ਵਚਨ ਨੂੰ ਅਸੀਂ ਅੱਜ ਪੜ੍ਹਨ ਜਾ ਰਹੇ ਹਾਂ, ਸਿੱਖਣ ਜਾ ਰਹੇ ਹਾਂ। ਪਰਮੇਸ਼ਰ ਪਿਤਾ, ਸਾਨੂੰ ਗਾਈਡ ਕਰਨਾ, ਲੀਡ ਕਰਨਾ, ਸਾਡਾ ਆਪਣਾ ਬੋਲਣਾ ਨਹੀਂ, ਆਪ ਵੱਲੋਂ ਹੋਵੇ। ਬ੍ਰਦਰ ਇਕਬਾਲ ਜੀ ਨੂੰ ਆਪ ਦੇ ਹੱਥਾਂ ਵਿੱਚ ਦਿੰਦੇ ਹਾਂ। ਪਵਿੱਤਰ ਆਤਮਾ ਜੀ, ਇਹਨਾਂ ਨੂੰ ਗਾਈਡ ਕਰੋ,
ਔਰ ਜੋ ਕੁਝ ਵੀ ਬੋਲਿਆ ਜਾਵੇ, ਸੁਣਿਆ ਜਾਵੇ, ਸਮਝਿਆ ਜਾਵੇ, ਉਹ ਕੇਵਲ ਤੇ ਕੇਵਲ ਆਪ ਵੱਲੋਂ ਹੋਵੇ ਪਵਿੱਤਰ ਆਤਮਾ ਜੀ। ਔਰ ਜੋ ਵੀ ਸੁਣੇ ਉਹ ਬਰਕਤ ਪਾਵੇ। ਔਰ ਇਹ ਸਭ ਕੁਝ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਨਾਮ ਦੇ ਵਿੱਚ। ਆਮੀਨ ਆਮੀਨ। ਹਾਲੇਲੂਇਆ ਹਾਲੇਲੂਇਆ। ਜੀ ਸਰ ਜੀ ਜੈ ਮਸੀਹ ਜੀ। ਆਪਾਂ ਜੀ ਜੀ ਹਾਲੇਲੂਇਆ ਪ੍ਰਕਾਸ਼ ਦੀ ਪੋਥੀ ਹਾਲੇਲੂਇਆ 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 ਕਰ ਰਹੇ ਹੈਗੇ ਆ ਆਪਾਂ ਜੀ। ਹਾਂਜੀ, ਤੇ 20ਵੇਂ ਚੈਪਟਰ ਤੇ ਪਹੁੰਚ ਗਏ ਹਾਂ ਜੀ, ਆਮੀਨ। ਤੇ ਉਸ ਤੋਂ ਅੱਗੇ ਚੱਲਦੇ ਹੋਏ ਕਰਦੇ ਹਾਂ। ਹਾਲੇਲੂਇਆ ਹਾਲੇਲੂਇਆ। ਹਾਂਜੀ, ਜੈ ਮਸੀਹ ਦੀ ਸਾਰਿਆਂ ਨੂੰ। ਆਪਾਂ ਬਿਲਕੁਲ ਜਿਸ ਤਰ੍ਹਾਂ ਤੁਸੀਂ ਸਹੀ ਫਰਮਾਇਆ ਕਿ ਹੁਣ ਅਸੀਂ ਇਟਰਨਿਟੀ ਹਾਂ ਯਾਨੀ ਜਿਹੜਾ ਇਸ ਜੋ ਕੁਝ ਅਸੀਂ ਹੁਣ ਇਸ ਦੁਨੀਆ 'ਚ ਹਾਂ ਇਹਦਾ ਐਂਡ ਤੇ ਹੋਣਾ ਕੀ ਹੈ ਜਾਂ ਹਮੇਸ਼ਾ ਤੱਕ ਅੰਤ ਤੱਕ ਹੀ ਰਹੇਗਾ, ਉਹਦੇ ਬਾਰੇ 'ਚ ਹੈ। ਹਾਂਜੀ, ਅਸੀਂ ਇਸ ਚੀਜ਼ ਨੂੰ ਦੇਖ ਰਹੇ ਹੈਗੇ ਹਾਂ। ਸੋ ਅਸੀਂ ਇਹ ਵੀ ਦੇਖਿਆ ਸੀ ਕਿ ਇਹ ਇੰਟਰੋਡਕਸ਼ਨ ਕੀਤਾ ਹੈ ਪਿੱਛੇ, ਹੈ ਨਾ। ਹਾਂਜੀ, ਅਸੀਂ ਇੰਟਰੋਡਕਸ਼ਨ ਕੀਤਾ ਅਤੇ ਉਹਦੇ ਵਿੱਚ ਅਸੀਂ ਬਹੁਤ ਸਾਰੀਆਂ ਚੀਜ਼ਾਂ ਨੂੰ ਥੋੜ੍ਹਾ ਜਿਹਾ ਜਾਣਕਾਰੀ ਦੇ ਤੌਰ 'ਤੇ ਬਿਆਨ ਕਰਨ ਦੀ ਕੀਤੀ ਨਾ, ਕਿ ਕੀ ਹੋਣਾ ਹੈ, ਕਿਸ ਤਰ੍ਹਾਂ ਇਹ ਨਇਆ ਸਵਰਗ ਅਤੇ ਨਈ ਧਰਤੀ ਬਣੇਗੀ। ਉਹਦੀ ਸਾਰੀਆਂ ਡਿਟੇਲਾਂ ਅਸੀਂ ਦੇਖ ਲਈਆਂ ਨੇ। ਠੀਕ ਹੈ। ਫਿਰ ਯੂਨਾਨੀ ਵਿੱਚ ਵੇਖ ਲਿਆ ਕਿ ਇਹਦਾ ਮਤਲਬ ਨਹੀਂ ਕਿ ਰੱਬ ਦੀਆਂ ਸਾਰੀਆਂ ਚੀਜ਼ਾਂ ਖਤਮ ਹੋ ਜਾਣਗੀਆਂ, ਕਿੰਝ ਉਹਨਾਂ ਨੂੰ ਨਵਾਂ ਬਣਾ ਦੇਗਾ। ਸੋ ਅੱਜ ਅਸੀਂ ਫਿਰ ਇਹਦੇ ਵਿੱਚ ਥੋੜ੍ਹਾ ਜਿਹਾ ਹੋਰ ਗਾਂਹ ਵਧਾਂਗੇ ਔਰ ਉਸ ਤੋਂ ਬਾਅਦ ਫਿਰ ਅਸੀਂ ਪਹਿਲੀ ਵਰਸ ਵਿੱਚ ਜਾਵਾਂਗੇ। ਹਾਲਾਂ ਕੁਝ ਹੋਰ ਗੱਲਾਂ ਨੇ ਜਿਹੜੀਆਂ ਅਸੀਂ ਇੰਟਰੋਡਕਸ਼ਨ 'ਤੇ ਹੋ ਗਿਆ ਕਿ ਇਹ ਕਿੱਦਾਂ ਇਹ ਹਮੇਸ਼ਾ ਦੇ ਲਈ ਇਸ ਸਵਰਗ ਅਤੇ ਧਰਤੀ ਦੀ ਹਾਲਤ ਜਿਹੜੀ ਹੈ ਉਹ ਹੋਏਗੀ, ਕਿਉਂਕਿ ਇਹ ਜਿਹੜਾ ਨਾ ਕੀ ਕਹਿ ਲਓ ਆਖਰੀ 2 ਚੈਪਟਰਸ ਕਿਹੜੇ 21 ਤੇ 22 ਹੈ 21 ਤੇ 22 ਇਹ ਨਏ ਸਵਰਗ ਅਤੇ ਨਈ ਧਰਤੀ ਦੇ ਜਿਹੜੇ ਸਾਰੀ ਹਾਲਾਤ ਨੂੰ ਬਿਆਨ ਕਰਦਿਆਂ ਸਾਨੂੰ ਨਜ਼ਰ ਆ ਰਹੇ ਨੇ। ਠੀਕ ਹੈ। ਅਤੇ ਜਿਹਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਇਹ ਅੱਗੇ ਜਾ ਦੇਖਾਂਗੇ ਕਿ ਨਏ ਲੋਕ ਹੋਣਗੇ। ਠੀਕ ਹੈ। ਨਏ ਹਾਲਾਤ ਹੋਣਗੇ ਅਤੇ ਇੱਕ ਹੈਕਲ ਵੀ ਹੋਏਗੀ, ਜਦੋਂ ਕਿ ਸਾਡੇ ਜ਼ਿਹਨਾਂ 'ਚ ਇੱਕ ਹੈਕਲ ਨਹੀਂ ਹੋਣੀ, ਹੈ ਨਾ। ਤੁਸੀਂ ਹੱਸ ਰਹੇ ਹੋ, ਮੈਨੂੰ ਪਤਾ ਸਵਾਲ ਕਰੋਗੇ, ਸੋ ਅੱਗੇ ਲਿਖ ਲਓ। ਅਤੇ ਨਈ ਰੋਸ਼ਨੀ ਦਾ ਜ਼ਿਕਰ ਹੈਗਾ ਇਹ ਪਹਿਲੇ 2 ਚੈਪਟਰਾਂ 'ਚ, ਅਤੇ ਨਈ ਪੈਰਾਡਾਈਜ਼ ਜਾਂ ਉਹਨੂੰ ਕੀ ਕਹਿ ਲਓ ਸਵਰਗ, ਜੰਨਤ ਕਹਿ ਲਓ, ਫਰਦੌਸ ਕਹਿ ਲਓ। ਅਤੇ ਇਸ ਕਿਤਾਬ ਦਾ ਜਿਹੜਾ ਐਂਡ ਹੈ ਉਹ 22 ਚੈਪਟਰ ਵਿੱਚ ਹੋਏਗਾ। ਸੋ ਪਹਿਲੀ ਆਇਤ ਦੀ ਜ਼ਰਾ ਪਲੀਜ਼ ਪੜ੍ਹ ਦਿਓ। ਹਾਂਜੀ, ਕਿਹੜੀ ਜੀ? ਪ੍ਰਕਾਸ਼ ਦੀ ਪੋਥੀ 21 ਦੀ ਪਹਿਲੀ। ਓਕੇ ਜੀ। ਹਾਂਜੀ, ਇੱਥੋਂ ਫਿਰ ਅਸੀਂ ਬੇਸ ਬਣਾ ਲਈਏ ਅਤੇ ਫਿਰ ਗਾਂ ਨੂੰ ਟੁਰਾਂਗੇ। ਹਾਲੇਲੂਇਆ। ਹਾਂਜੀ ਹਾਂਜੀ, ਪ੍ਰਕਾਸ਼ ਦੀ ਯਹੋਨਾ ਕੀ ਕਹਿ ਰਿਹਾ ਜੀ? ਹਾਂ, ਹਾਲੇਲੂਇਆ। ਪੜ੍ਹਦੇ ਹਾਂ ਜੀ ਪ੍ਰਕਾਸ਼ ਦੀ ਪੋਥੀ ਮੁਕਾਸ਼ਵਾ ਬੁੱਕ ਆਫ ਰੈਵਲੇਸ਼ਨ 21ਵੇਂ ਚੈਪਟਰ ਦੀ ਪਹਿਲੀ ਆਇਤ। ਹਾਂਜੀ, ਉਹਦਾ ਹੈਡਿੰਗ ਹੀ ਉੱਪਰ ਇਸ ਚੈਪਟਰ ਦਾ ਹੈਗਾ ਆ ਨਵਾਂ ਆਕਾਸ਼ ਅਤੇ ਨਵੀਂ ਧਰਤੀ। ਬਹੁਤ ਅੱਛਾ। ਹਾਂਜੀ, ਅਤੇ ਇਹਦੇ ਵਿੱਚ ਲਿਖਿਆ ਹੈ ਇਸ ਦੇ ਪਿੱਛੋਂ ਮੈਂ ਇੱਕ ਨਵਾਂ ਆਕਾਸ਼ ਅਤੇ ਇੱਕ ਨਵੀਂ ਧਰਤੀ ਦੇਖੀ। ਹਾਲੇਲੂਇਆ। ਕਿਉਂਕਿ ਪਹਿਲਾ ਆਕਾਸ਼ ਅਤੇ ਪਹਿਲੀ ਧਰਤੀ ਲੋਪ ਹੋ ਗਏ ਸਨ, ਸਮੁੰਦਰ ਦੀ ਵੀ ਕੋਈ ਹੱਦ ਨਾ ਰਹੀ। ਸੌਰੀ, ਸਮੁੰਦਰ ਦੀ ਵੀ ਕੋਈ ਹੋਂਦ ਨਾ ਰਹੀ। ਹੋਂਦ ਮੀਨਸ ਕਿ ਉਹ ਵੀ ਨਹੀਂ ਰਿਹਾ। ਹਾਂ। ਅੱਛਾ, ਹੁਣ ਇਹ ਅਸੀਂ ਥੋੜ੍ਹਾ ਜਿਹਾ ਫਿਰ ਪਿੱਛੇ ਧਿਆਨ ਮਾਰੀਏ ਪਿਛਲੀ ਸਟੱਡੀ 'ਚ ਕਿ ਅਸਾਂ ਇਹ ਦੇਖਿਆ ਸੀ ਕਿ ਇਹ ਜ਼ਮੀਨ ਦੇ ਸਮਾਨ ਮੁੱਕਣਗੇ ਨਹੀਂ, ਜਿਸ ਤਰ੍ਹਾਂ ਲਫ਼ਜ਼ ਇਹ ਟਲ ਜਾਣਗੇ। ਉਹਦੇ ਲਈ ਪੈਰਰ PARER ਖੋਮਾਈ, ਹੈ ਨਾ, PARER CHOMAI, ਜਿਹਦਾ ਮਤਲਬ ਹੈ ਕਿ ਕਿਸੇ ਚੀਜ਼ ਦਾ ਇੱਕ ਹਾਲਤ ਤੋਂ ਦੂਸਰੀ ਹਾਲਤ ਤੱਕ ਪਹੁੰਚ ਜਾਣਾ। ਚੀਜ਼ ਉਹੀ ਹੈ। ਠੀਕ ਹੈ। ਇਹ ਕੀ ਸੀ? ਪੈਰਰ ਖੋਮਾਈ। ਅੱਛਾ, ਫਿਰ ਅਸੀਂ ਇਹ ਜਿਹੜੀ ਵਰਸ ਹੈਗੀ ਹੈ ਇਹਦੇ ਵਿੱਚ ਅਗਰ ਗ੍ਰੀਕ ਬਾਈਬਲ ਦੇ ਵਿੱਚ ਵੇਖੀਏ ਕਿ
ਕੀ ਲਿਖਿਆ ਹੈ, ਇਹਦਾ ਲਿਖਿਆ ਹੈ ਕਾਈਨੋਸ, KAINOS, KAINOS। ਇਹਦਾ ਮਤਲਬ ਇਹ ਵੇ ਕਿ ਉਹੀ ਚੀਜ਼ ਨੂੰ ਨਵਾਂ ਬਣਾ ਦੇਣਾ, ਨਵੀਂ ਹੋ ਗਈ ਉਹੀ ਚੀਜ਼ ਹੈ, ਠੀਕ ਹੈ। ਜਦੋਂ ਕਿ ਯੂਨਾਨੀ ਲਫ਼ਜ਼ ਇੱਕ ਹੋਰ ਹੈਗਾ ਕਿ ਜਿਹੜੀ ਸ਼ੁਰੂ ਤੋਂ ਨਵੀਂ ਬਣਾਉਣੇ ਦੇ ਲਈ ਲਫ਼ਜ਼ ਯੂਜ਼ ਹੁੰਦਾ ਹੈ ਨਾ, ਨਿਓਸ, ਨਵੀਂ ਮਤਲਬ ਕ੍ਰੀਏਟ ਕਰਨੀ, ਕ੍ਰੀਏਟ ਕਰਨੀ। ਸੋ NEOS। ਹਾਂ। ਸੋ ਅਸਾਂ ਇਹ ਦੇਖ ਲਿਆ ਸੀ ਇਹ ਟਲਣਗੇ ਨਹੀਂ, ਮੁੱਕਣਗੇ ਨਹੀਂ, ਕਿਉਂ ਜੇ ਬਾਈਬਲ ਵਿੱਚ ਅਸਾਂ ਦੇਖਿਆ ਕੋਈ ਇਹੋ ਜਿਹੀ ਵਰਸ ਨਹੀਂ ਕਿ ਜਿਹੜੀ ਰੱਬ ਨੇ ਬਗੈਰ ਮਕਸਦ ਦੇ ਤੇ ਹਮੇਸ਼ਾ ਲਈ ਨਹੀਂ ਬਣਾਈ। ਯਾਨੀ ਇੱਥੇ ਤੱਕ ਇਹ ਜਿਹੜੇ ਲਿਵਿੰਗ ਕ੍ਰੀਚਰਸ ਨੇ, ਜਿਹੜੇ ਜੰਤੂ ਜਾਨਵਰ, ਇਹ ਵੀ ਇਹ ਨਹੀਂ ਜੇ ਬਈ ਇਹ ਕੋਈ ਥੋੜ੍ਹੀ ਦੇਰ ਲਈ ਬਣਾਏ ਤੇ ਖ਼ਤਮ ਹੋ ਗਏ, ਇਹ ਜੀ। ਸੋ ਇਹਦੇ ਲਈ ਸਿਰਫ ਇਹ ਹੀ ਫਰਕ ਇਹਦੇ ਵਿੱਚ ਇਹ ਪੈ ਰਿਹਾ ਹੈ ਕਿ ਨਈ ਧਰਤੀ, ਨਈ ਜ਼ਮੀਨ ਦੇ ਉੱਤੇ ਜਿਹੜੀਆਂ ਚੀਜ਼ਾਂ ਨੂੰ ਅੱਗ ਨੇ ਭਸਮ ਕਰ ਦੇਣਾ ਹੈ, ਜਿਸ ਤਰ੍ਹਾਂ ਆਕਸੀਜਨ ਹੋ ਗਈ, ਹਾਈਡਰੋਜਨ ਹੋ ਗਈ, ਅਤੇ ਹੋਰ ਆਪਾਂ ਦੇਖਿਆ ਸੀ ਕਿ ਇਹ ਚੀਜ਼ਾਂ ਉਹ ਨਵੀਆਂ ਰੱਬ ਕਰ ਦੇਗਾ। ਅਤੇ ਫਰਕ ਇਹ ਪਏਗਾ ਕਿ ਇਸ ਦੁਨੀਆ ਦਾ ਨਿਜ਼ਾਮ ਤਾਂ ਇੰਝ ਹੀ ਚੱਲਣਾ ਜੇ, ਇੰਝ ਹੀ ਚੱਲੇਗਾ, ਲੇਕਿਨ ਫਰਕ ਇਹ ਹੋਏਗਾ ਕਿ ਬੌਂਡੇਜ ਜਿਹੜੀ ਹੈਗੀ ਹੈ ਨਾ, ਬੰਧਨ ਕਰਪਸ਼ਨ ਦੇ, ਉਹ ਜਿਹੜੇ ਨੇ ਉਹਨਾਂ ਤੋਂ ਬੰਦੇ ਨੂੰ ਰਿਹਾਈ ਮਿਲ ਕੇ ਤੇ ਗਲੋਰੀ ਜਾਂ ਉਹਦੇ ਵਿੱਚ ਜਲਾਲੀ ਆਜ਼ਾਦੀ ਦੇ ਵਿੱਚ ਉਹ ਲੋਕ ਸ਼ਾਮਲ ਹੋਣਗੇ, ਜਿਹਦੇ ਲਈ ਅਸੀਂ ਦੱਸਿਆ ਸੀ ਕਿ ਰੋਮਨਸ 8 ਦੀ 18 ਤੋਂ 25 ਪੜ੍ਹੀ ਸੀ, ਹੈ ਨਾ, ਕਿ ਇਹਦੇ ਵਿੱਚ ਹੋ ਗਏ। ਸੋ ਅੱਜ ਅਸੀਂ ਹੁਣ ਥੋੜ੍ਹਾ ਜਿਹਾ ਗਾਂਹ ਵਧੀਏ ਅਤੇ ਫਿਰ ਅਸੀਂ ਵਰਸ ਦੇ ਟੋਟੇ ਕਰਕੇ ਮੇਰਾ ਮਤਲਬ ਹੈ ਕਿ ਉਹਨੂੰ ਐਕਸਪਲੇਨ ਕਰਾਂਗੇ, ਕਿਉਂਕਿ ਦੇਖੋ ਇਹਦੇ ਵਿੱਚ ਬੜਾ ਹੀ ਕੁਛ ਹੈ। ਔਰ ਇਹ ਹੁਣ ਇੱਕ ਹੋ ਜਾਏਗੀ ਕਿ ਇਹਦੇ 'ਚ ਤੁਸੀਂ ਲਿਖ ਸਕਦੇ ਹੋ ਕਿ ਅਬਦੀ ਨਹੀਂ ਹੁੰਦੀ, ਇਟਰਨਲ ਪਰਫੈਕਟ ਹਾਲਤ ਦੇ ਵਿੱਚ ਇਹਦਾ ਹੈਡਿੰਗ ਕਰ ਲਾਂਗੇ ਕਿ ਇਹ ਅਸੀਂ ਇਹ ਵੇਖ ਰਹੇ ਹਾਂ ਕਿ ਇਹਦੇ ਵਿੱਚ ਕਿਸ ਤਰੀਕੇ ਨਾਲ ਇਹ ਹੋਏਗਾ। ਔਰ ਇਹ ਵੱਡੀ ਮਸਲਾ ਇਹ ਸੀ ਕਿ ਜਿਹੜਾ ਸਾਨੂੰ ਸਮਝਣਾ ਸੀ ਕਿ ਇਹ ਨਵੇਂ ਹੋ ਜਾਣਗੇ, ਜਿਸ ਤਰੀਕੇ ਨਾਲ ਦੂਸਰਾ ਕਰੰਥੀਆਂ ਦਾ ਖੱਤ ਦੇ ਵਿੱਚ 5:17 ਦੇ ਵਿੱਚ ਲਿਖਿਆ ਨਾ ਕਿ ਵੇਖੋ ਪੁਰਾਣੀਆਂ ਚੀਜ਼ਾਂ ਜਾਂਦੀਆਂ ਰਹੀਆਂ ਤੇ ਦੇਖੋ ਨਈ ਬਣ ਗਈਆਂ। ਯਾਨੀ ਕਿ ਅਸੀਂ ਵੀ ਨਏ ਬਣੇ ਆ, ਨਈ ਮਖਲੂਕ ਜਾਂ ਕੀ ਕਹਿ ਲਓ ਕ੍ਰੀਏਸ਼ਨ ਹੈ ਤੇ ਉਹੀ ਆ। ਸੋ ਇਹ ਥੋੜ੍ਹਾ ਜਿਹਾ ਹੁਣ ਇੱਥੇ ਇੱਕ ਚੀਜ਼ ਹੋਰ ਦੇਖੀਏ ਕਿ ਇਸ ਤੋਂ ਬਾਅਦ ਜੀ, ਕਿਉਂਕਿ ਹੁਣ ਜਿਹੜੀ ਧਰਤੀ ਹੈਗੀ ਆ ਤਾਂ ਜਦੋਂ ਆਦਮ ਨੇ ਪਾਪ ਕੀਤਾ ਕਿ ਧਰਤੀ ਜਾਨਵਰ ਸਾਰੇ ਕਰਸ ਹੋ ਗਏ ਸੀ, ਧਰਤੀ ਤੇ ਵੀ ਕਰਸ। ਐਗਜ਼ੈਕਟਲੀ, ਹਾਂਜੀ। ਬਲਕਿ ਇਸ ਤੋਂ ਪਹਿਲੇ ਵੀ ਅਗਰ ਜਰਮਾਇਆ ਦੇ ਵਿੱਚ 20 ਤੋਂ 23 ਆਇਤ ਪੜ੍ਹੀਏ ਤੇ ਇਹ ਤੇ ਬੜੀ ਪਰਫੈਕਟ ਰੱਬ ਨੇ ਬਣਾਈ ਸੀ। ਜਦੋਂ ਸ਼ੈਤਾਨ ਤੇ ਉਹਦੇ ਡੇਗੇ ਗਏ ਫਰਿਸ਼ਤਿਆਂ ਨੇ ਬਗਾਵਤ ਕਰ ਦਿੱਤੀ ਰੱਬ ਦੇ ਖਿਲਾਫ, ਤੇ ਇਹ ਸਾਰਾ ਸਿਸਟਮ ਫਿਰ ਸ਼ਟ ਡਾਊਨ ਕਰ ਦਿੱਤਾ ਗਿਆ। ਯਰਮੀਆ 4 ਵਿੱਚ ਇਹਦਾ ਜ਼ਿਕਰ ਹੈ ਨਾ, ਤੇ ਸੂਰਜ ਚੰਨ ਸਿਤਾਰਿਆਂ ਨੇ ਆਪਣਾ ਕੰਮ ਬੰਦ ਕਰ ਦਿੱਤਾ, ਇੱਥੇ ਤੱਕ ਕਿ ਸਭ ਕੁਝ ਫਰੀਜ਼ ਹੋ ਗਿਆ, ਹੈ ਨਾ। ਸੋ ਫਿਰ ਰੱਬ ਨੇ ਉਤਪਤੀ ਜਾਂ ਦ ਬੁੱਕ ਆਫ ਜੈਨੇਸਿਸ, ਪੈਦਾਇਸ਼ ਦੇ ਵਿੱਚ ਉਹਨੂੰ ਫਿਰ ਕੀਤਾ, ਉਹਨੂੰ ਰੀਸਟੋਰ ਬਹਾਲ ਕਰ ਦਿੱਤਾ। ਇਹ ਦੂਸਰੀ ਤੋਂ ਲਾਸਟ ਤੁਸੀਂ ਬੜੀ ਸੋਹਣੀ ਇੱਕ ਗੱਲ ਕੀਤੀ ਸੀ ਕਿ ਹੁਣ ਇਹ ਜਿਹੜੀ ਧਰਤੀ ਹੈ ਇਹਦੀ 3rd ਹੋਏਗੀ, ਤੀਸਰੀ, ਯਾਨੀ 2 ਦਫਾ ਇਹ ਧਰਤੀ ਪਾਣੀ ਦੇ ਨਾਲ ਤਬਾਹ ਮੀਨਸ ਕਿ ਖ਼ਤਮ ਤੇ ਬਿਲਕੁਲ ਨਹੀਂ ਹੁੰਦੀ, ਚਲੋ ਅਸੀਂ ਕਹਿੰਦੇ ਹਾਂ ਤਬਾਹ ਹੋ ਗਈ ਪਾਣੀ ਦੇ ਨਾਲ, H2O। ਇੱਕ ਦਫਾ ਫਰੀਜ਼ ਕਰ ਗਏ ਰੱਬ ਨੇ, ਦੂਜੀ ਦਫਾ ਲੀਕਵਿਡ ਦੇ ਨੂਹ ਦੇ ਜ਼ਮਾਨੇ 'ਚ ਉਹਨੇ ਪੂਰੀ ਦੁਨੀਆ ਨੂੰ ਪਾਣੀ ਨਾਲ ਖ਼ਤਮ ਕਰ ਦਿੱਤਾ। ਸਿਰਫ ਕਿੰਨੇ ਲੋਕ ਸਨ? 8 ਲੋਕ। 8 ਸੀਗੇ। ਹਾਂ, ਨੂਹ ਦੀ ਬੀਵੀ ਤੇ ਉਹਦੇ ਪਰਿਵਾਰ ਤੇ ਉਹਨਾਂ ਦੀ ਬੀਵੀਆਂ। ਪਹਿਲਾ ਸੀਗਾ ਉਤਪਤ, ਪਹਿਲੇ ਦੀ 2 ਦੇ ਵਿੱਚ ਸੀਗਾ ਨਾ, ਅੰਧੇਰਾ ਸੀਗਾ, ਪਾਣੀ ਸੀਗਾ, ਪਰਮੇਸ਼ਰ ਦਾ ਰੂਹ ਮੰਡਰਾ ਰਿਹਾ ਸੀਗਾ, ਉਦੋਂ ਵੀ ਸਾਰਾ ਕੁਛ ਬੰਦ। ਵਾਹ, ਉਹ ਕੀਤਾ ਸੀ ਦੂਜੀ ਵਾਰੀ ਫਿਰ ਨੋਆ ਦੇ ਟਾਈਮ ਤੇ। ਵਾਹ, ਤੇ ਤੀਜੀ ਵਾਰੀ। ਹਾਂਜੀ,
ਉਹ ਕਿਉਂਕਿ ਧਰਤੀ, ਉਹ ਜਦੋਂ ਉੱਥੇ ਲਿਖਿਆ ਨਾ, ਹੁਣ ਉਹ ਅਸੀਂ ਥੋੜ੍ਹਾ ਜਿਹਾ ਨਹੀਂ, ਅੱਛਾ ਹੈ, ਸਾਨੂੰ ਕਿਹੜੀ ਜਲਦੀ ਹੈ, ਉੱਥੇ ਲਿਖਿਆ ਹੈ ਕਿ ਪਰਮੇਸ਼ਵਰ ਨੇ ਕਿਹਾ, ਪਰਮੇਸ਼ਵਰ ਪਿਤਾ, ਪ੍ਰਭੂ ਯਿਸੂ ਮਸੀਹ ਤੇ ਪਵਿੱਤਰ ਆਤਮਾ ਉੱਥੇ ਮੌਜੂਦ ਨੇ, ਆਓ ਅਸੀਂ। ਅੱਛਾ, ਉਹ ਜਦੋਂ ਉਹਨਾਂ ਕਿਹਾ ਕਿ ਉਹ ਪਾਣੀਆਂ ਨੂੰ ਪਾਣੀਆਂ ਤੋਂ ਅਲੱਗ ਕੀਤਾ, ਤੇ ਥੱਲੋਂ ਅਸੀਂ ਦੇਖਦੇ ਹਾਂ ਕਿ ਕੀ ਖੁਸ਼ਕੀ ਨਜ਼ਰ ਆਈ, ਜ਼ਮੀਨ ਤੇ ਪਹਿਲੇ ਨਹੀਂ ਬਣੀ ਸੀ। ਸੋ ਉਹਨੂੰ ਫਿਰ ਉਹਨੇ ਨਵਾਂ ਬਣਾ ਦਿੱਤਾ। ਇਸ ਲਈ ਇਹ ਜ਼ਰਾ ਥੋੜ੍ਹਾ ਜਿਹਾ ਕਨਸੈਪਟ ਹੈ, ਠੀਕ ਹੈ। ਸੋ ਇਹਦਾ ਜਿਹੜਾ ਇਹ ਕੁਝ ਸਬੂਤ ਲਿਖ ਲਈਏ। ਨੰਬਰ 1, ਕਿਉਂਕਿ ਇਹ ਇੱਕ ਬੜੀ ਵੱਡੀ ਗੱਲ ਹੈ ਕਿ ਇਹਨੂੰ ਅਸੀਂ ਪਹਿਲੇ ਜ਼ਿਹਨਾਂ 'ਚ ਤੇ ਕਲਾਮ ਦੇ ਮੁਤਾਬਿਕ ਦੇਖੀਏ ਕੀ ਹੈ। ਸਾਡੇ ਜ਼ਿਹਨ ਵੀ ਕਲਾਮ ਅਸੀਂ ਉਂਝ ਹੀ ਸਮਝਣਾ ਹੈ ਜਿੰਜ ਖੁਦਾ ਨੇ ਲਿਖਿਆ, ਠੀਕ ਹੈ ਨਾ। ਅੱਛਾ, ਹੁਣ ਇਹ ਵੇ ਕਿ ਅਜ਼ਾਇਆ ਚੈਪਟਰ 65 ਵਰਸ 17 ਤੋਂ 19 ਦੇ ਵਿੱਚ ਇਹ ਜਿਹੜੀ ਜਿਹਦਾ ਜ਼ਿਕਰ ਹੁਣ ਕਰ ਰਹੇ ਹਾਂ, ਇਹ ਪਹਿਲੇ ਤੋਂ ਇਹਦੀ ਭਵਿੱਖਬਾਣੀਆਂ ਹੋ ਗਈਆਂ ਨੇ। ਅੱਛਾ, ਜੋ ਹੁਣ ਹੋਣਾ ਹੈ, ਜੋ ਆਂਦਾ ਹੋਏਗਾ। ਓਕੇ, ਅਗਰ ਪੜ੍ਹ ਦਿਓ ਹੁਣ ਕੀ ਕਰੀਏ। ਬਿਲਕੁਲ ਜੀ, ਇਹ ਪਹਿਲਾ ਪੁਆਇੰਟ ਦੇ ਵਿੱਚ ਕਿ ਨਈ ਧਰਤੀ ਤੇ ਨया ਆਕਾਸ਼ ਦਾ ਜ਼ਿਕਰ ਇਹ ਯਸਾਇਆ ਨੇ ਥੋੜ੍ਹੇ 740 ਸਾਲ ਪਹਿਲੇ ਹੀ ਦੱਸ ਦਿੱਤਾ, ਜਿਹੜਾ ਹੁਣ ਤੱਕ ਨਹੀਂ ਹੋਇਆ, ਹੋਏਗਾ। ਹਾਲੇਲੂਇਆ ਜੀ। ਹਾਂ, ਯਸਾਇਆ 65 ਦੇ ਵਿੱਚ ਲਿਖਿਆ 17ਵੀਂ ਆਇਤ ਦੇ ਉੱਪਰ ਸ਼ੁਰੂ 'ਚ ਲਿਖਿਆ ਨਵੀਂ ਸ੍ਰਿਸ਼ਟੀ। ਹਾਂਜੀ, ਅੱਛਾ, ਇੱਥੇ ਲਿਖਿਆ ਪ੍ਰਭੂ ਕਹਿੰਦਾ ਹੈ, ਮੈਂ ਨਵੀਂ ਧਰਤੀ ਤੇ ਨਵਾਂ ਆਕਾਸ਼ ਬਣਾ ਰਿਹਾ ਹਾਂ। ਹਾਂ, ਕੰਟੀਨਿਊਸ ਹੈ। ਹਾਂ, ਪੁਰਾਣੇ ਸਮੇਂ ਦੀਆਂ ਸਭ ਘਟਨਾਵਾਂ ਭੁਲਾ ਦਿੱਤੀਆਂ ਜਾਣਗੀਆਂ। ਹਾਂਜੀ, ਤੁਸੀਂ ਜੋ ਮੈਂ ਰਚ ਰਿਹਾ ਹਾਂ ਉਸ ਨਾਲ ਹਮੇਸ਼ਾ ਖੁਸ਼ ਅਤੇ ਆਨੰਦਿਤ ਹੋਵੋ। ਨਵਾਂ ਯਰੂਸ਼ਲਮ ਜੋ ਮੈਂ ਬਣਾ ਰਿਹਾ ਹਾਂ ਉਹ ਆਨੰਦ ਨਾਲ ਭਰਿਆ ਹੋਵੇਗਾ। ਆਨੰਦ, ਹਾਂਜੀ, ਤੇ ਉਹਦੇ ਵਾਸੀ ਖੁਸ਼ ਹੋਣਗੇ। ਮੈਂ ਆਪ ਵੀ ਯਰੂਸ਼ਲਮ ਦੇ ਕਾਰਨ ਆਨੰਦਿਤ ਹੋਵਾਂਗਾ। ਉੱਥੇ ਨਾ ਰੋਣਾ ਹੋਵੇਗਾ ਤੇ ਨਾ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਹੋਵੇਗੀ। ਹਾਂਜੀ, ਹਾਲੇਲੂਇਆ। ਸੋ ਇਹ ਇਹਦਾ ਜਿਹੜੇ ਹੁਣ ਨया ਯਰੂਸ਼ਲਮ ਉਹਦੀ ਗੱਲ ਕਰ ਰਹੇ ਨੇ ਕਿ ਰੱਬ ਨੇ ਕੰਮ ਆਪਣਾ ਸ਼ੁਰੂ ਕੀਤਾ ਹੈ। ਦੇਖੋ ਕਿੰਨੇ ਸਾਲ ਪਹਿਲੇ। ਸੋ ਇਹ ਨੰਬਰ 1 ਪੁਆਇੰਟ ਦਾ ਇਹ ਲਿਖ ਲਓ ਕਿ ਇਹ ਨਈ ਹਾਲਤ ਵਿੱਚ ਆਈ, ਜਿਹੜੇ ਹੁਣ ਨੇ ਇਹ ਲਿਆਏ ਜਾਣਗੇ। ਠੀਕ ਹੈ, ਇਹ ਸਵਰਗ ਤੇ ਧਰਤੀ ਇਹ ਨਈ ਹਾਲਤ ਵਿੱਚ ਲਿਆ ਜਾਣਗੇ। ਠੀਕ ਹੈ, ਇਹ ਤੇ 20 ਦੇ ਵਿੱਚ ਲਿਖ ਲਓ, ਨਏ ਲੋਕ ਹੋਣਗੇ ਜਿਨ੍ਹਾਂ ਨੂੰ ਹਮੇਸ਼ਾ ਦੇ ਲਈ ਰਿਜਾਇਸ ਜਾਂ ਖੁਸ਼ੀ ਜਾਂ ਸ਼ਾਦਮਾਨੀ ਕਰਨ ਦੇ ਲਈ ਬੁਲਾਇਆ ਜਾਏਗਾ। ਠੀਕ ਹੈ, ਨੰਬਰ 20 ਸੀ 'ਚ ਲਿਖ ਲਓ, ਯਰੂਸ਼ਲਮ ਬਣਾਇਆ ਜਾਏਗਾ ਜਿੱਥੇ ਲੋਕ ਆਨੰਦ ਮਾਰਨਗੇ, ਖੁਸ਼ੀ ਹੋਣਗੀ। ਜਿਸ ਤਰੀਕੇ ਨਾਲ ਤੁਸੀਂ ਪੜ੍ਹਿਆ ਨਾ ਉੱਥੇ ਕੋਈ ਦਰਦ ਇਹ ਵੋ। ਤਾਂ ਇਸ ਤੋਂ ਹੁਣ ਇਹ ਜ਼ਾਹਿਰ ਹੁੰਦਾ ਹੈ ਕਿ ਲੋਕ ਬੁਲਾਏ ਜਾਣਗੇ ਤੋਂ ਮੁਰਾਦ ਕੌਣ ਨੇ? ਇਹ ਬਨੀ ਇਸਰਾਈਲ ਨਾਲ ਖੁਦਾ ਨੇ ਇੱਕ ਵਾਅਦਾ ਕੀਤਾ ਹੈ ਜਿਹੜਾ ਕਵਨੈਂਟ ਹੈ। ਇਹ ਯਾਦ ਰੱਖਣਾ ਹੈ, ਕਿਉਂਕਿ ਇੱਕ ਗੱਲ ਯਾਦ ਰੱਖੋ, ਜਿਹੜੇ ਲੋਕ ਥੋੜ੍ਹਾ ਜਿਹਾ ਸਮਝੀਏ ਰੈਪਚਰ ਦੇ ਵਿੱਚ ਚੁੱਕ ਲਿੱਤੇ ਜਾਣਗੇ ਉਹਨਾਂ ਕੋਲ ਗਲੋਰੀਫਾਈ ਬਾਡੀ ਹੋਣੀ ਹੈ। ਤੇ ਫਿਰ ਜਿਹੜੇ ਉਸ ਪ੍ਰਭੂ ਯਿਸੂ ਮਸੀਹ ਦੀ ਸੈਕਿੰਡ ਫਿਜ਼ੀਕਲ ਲੈਂਡਿੰਗ ਤੋਂ ਪਹਿਲੇ ਨੇ ਉਹਨਾਂ ਦੀਆਂ ਤੇ ਆਤਮਾਵਾਂ ਚਲੀਆਂ ਜਾਣਗੀਆਂ ਨਾ ਉੱਤੇ, ਪ੍ਰਾਣ ਤੇ ਆਤਮਾਵਾਂ। ਉਹ ਜਦੋਂ ਪ੍ਰਭੂ ਯਿਸੂ ਮਸੀਹ ਬਦਲਾਂ ਤੇ ਆਣਗੇ ਉਹਨਾਂ ਨੂੰ ਤੇ ਉਹ ਜਲਾਲੀ ਬਦਲ ਮਿਲ ਜਾਣਗੇ। ਲੇਕਿਨ ਕੁਝ ਲੋਕ ਜਿਹੜੇ ਰਹਿ ਜਾਣਗੇ ਉਹਨਾਂ ਕੋਲ ਜਲਾਲੀ ਬਦਲ ਨਹੀਂ ਹੋਣਗੇ। ਮਿਸਾਲ ਦੇ ਤੌਰ ਤੇ ਕਿ ਕਈ ਬਲੀਵਰਸ ਉਦੋਂ ਵੀ ਹੋਣਗੇ ਜਿਹੜੇ ਇਹ ਸਾਰਾ ਕੁਝ ਕਰਨਗੇ। ਅੱਛਾ, ਤੇ ਹੁਣ ਇਹ ਵੇ ਕਿ ਉਹਨਾਂ ਨੂੰ ਵੀ ਇਹਦੇ ਵਿੱਚ ਸ਼ਾਮਲ ਕੀਤਾ ਜਾਏਗਾ। ਸੋ ਇਹ ਬੜੀ ਇੰਟਰਸਟਿੰਗ ਹੈ ਕਿ ਜਿਨ੍ਹਾਂ ਕੋਲ ਗਲੋਰੀਫਾਈ ਬਾਡੀ ਹੈਗੀ ਹੈ ਉਹ ਬਾਕੀ ਜਿਨ੍ਹਾਂ ਕੋਲ ਨਹੀਂ ਹੈ ਉਹਨਾਂ ਉੱਤੇ ਹਕੂਮਤ ਵੀ ਕਰਨਗੇ। ਇਹ ਇੱਕ ਅੱਗੇ ਜਾ ਕੇ ਅਸੀਂ ਦੇਖਾਂਗੇ। ਸੋ ਇਹ ਨਈ ਜ਼ਮੀਨ ਉੱਤੇ ਇਹਦਾ ਮਤਲਬ ਹੈ ਕਿ ਯਰੂਸ਼ਲਮ ਦੇ ਉਹੀ ਲੋਕ
ਜਿਨ੍ਹਾਂ ਨਾਲ ਇੱਕ ਕੀ ਨੇਮ ਬਣਿਆ ਹੈ ਹਾਂਜੀ, ਉਹ ਹੋਣਗੇ, ਵਰਨਾ ਉਹ ਇਸ ਦੇ ਵਿੱਚ ਸ਼ਾਮਲ ਨਹੀਂ ਹੋ ਸਕਦੇ ਸਨ, ਨਹੀਂ ਸ਼ਾਮਲ ਹੋ ਸਕਣਗੇ। ਸੋ ਇਹ ਗੱਲ ਹਮੇਸ਼ਾ ਇਹ ਯਾਦ ਰੱਖਣੀ ਹੈ ਕਿ ਜਿਹੜੇ ਕੁਝ ਬਾਈਬਲ ਦੱਸਦੀ ਹੈ ਕਿ ਇੱਕ ਤੇ ਨਇਆ ਯਰੂਸ਼ਲਮ ਉਤਰ ਰਿਹਾ, ਇਹ ਜਿਹੜਾ ਪੁਰਾਣਾ ਯਰੂਸ਼ਲਮ ਹੈ ਇਹ ਉਸ ਨਏ ਯਰੂਸ਼ਲਮ ਦਾ ਵੀ ਹਿੱਸਾ ਬਣ ਜਾਏਗਾ। ਠੀਕ ਹੈ, ਕਿਸ ਤਰ੍ਹਾਂ ਬਣ ਜਾਏਗਾ ਹੈ, ਬਾਈਬਲ ਖੋਲੋ, ਇਹ ਬਣ ਜਾਏਗਾ 2 Chronicles ਦੂਸਰਾ ਇਤਿਹਾਸ 33:4, ਕਿਉਂਕਿ ਇਹ ਜਿਹੜਾ ਯਰੂਸ਼ਲਮ ਹੈ ਜਿਹੜਾ ਹੁਣ ਦਾ ਹੈ ਇਹ ਨਏ ਯਰੂਸ਼ਲਮ ਦਾ ਹਿੱਸਾ ਬਣ ਜਾਏਗਾ। ਉਹਦੀ ਖਾਸ ਕਾਰਨ ਇਹ ਵੇ ਕਿ ਉਹ ਚੀਜ਼ਾਂ ਤੁਹਾਨੂੰ ਪਤਾ ਹੈ ਕਿ ਯਰੂਸ਼ਲਮ ਦੇ ਵਿੱਚ ਜਿਹੜਾ ਯਹੂਦੀ ਮੰਦਰ ਹੈ, ਸੁਲੇਮਾਨੀ ਟੈਂਪਲ ਹੈ, ਉਹ ਤੇ ਇੱਕ ਵਾਰੀ ਤਬਾਹ ਹੋ ਗਿਆ, ਦੂਸਰੀ ਵਾਰੀ ਬਣਿਆ ਉਹ ਤਬਾਹ, ਹੁਣ ਤੀਸਰੀ ਵਾਰੀ ਯਿਸੂ ਨੇ ਬਣਾਉਣਾ ਹੈ। ਪਿੱਛੇ ਸਟੱਡੀਜ਼ ਅਸੀਂ ਕੀਤਾ, ਉਹ ਵੀ ਕਿਸੇ ਕੰਮ ਲਈ ਹੈਗਾ, ਕਿਉਂਕਿ ਜਿਹੜਾ ਨਏ ਯਰੂਸ਼ਲਮ ਦੇ ਵਿੱਚ ਹੈਕਲ ਨਹੀਂ ਹੋਣੀ ਲੇਕਿਨ ਕੁਰਬਾਨੀਆਂ ਹੋਣੀਆਂ ਨੇ, ਸਬਤ ਮਨਾਏ ਜਾਣਗੇ। ਇਸ ਲਈ ਇਹ ਅੱਗੇ ਜਾਵਾਂਗੇ ਤੇ ਦੇਖਾਂਗੇ ਕਿ ਕਿਸ ਤਰੀਕੇ ਨਾਲ। ਪਹਿਲੇ ਤੇ ਇਹ ਦੇਖੋ ਕਿ ਇਹ ਵੀ ਇਟਰਨਲ ਹੈ, ਜਿਹੜਾ ਹੁਣ ਦਾ ਇਹ ਖਤਮ ਨਹੀਂ ਹੋਏਗਾ, ਇਹਦਾ ਵਾਅਦਾ ਹੈ। ਲਿਖ ਲਓ ਕੁਛ ਹਵਾਲੇ, ਕਿਹੜਾ ਲਿਖਿਆ ਜੀ? ਦੂਜਾ ਕ੍ਰੋਨਿਕਲ 33:4, ਦੂਸਰਾ ਇਤਿਹਾਸ 33:4, ਜਰਮਾਇਆ ਉਹਦੀ 17:5 ਤੇ ਹਿਜ਼ਕੀਏਲ 43:7। ਫਿਰ ਜ਼ਰਾ ਬੋਲ ਦਿਓ। ਹਾਂ, ਜਰਮਾਇਆ 17:25 ਤੇ ਇਜ਼ੀਕੀਏਲ 43:7। ਸੋ ਬੜਾ ਅੱਛਾ, ਤੁਸੀਂ ਰੁਕੇ ਹੋ ਨਾ, ਹੁਣ ਇਹ ਤਿੰਨੇ ਹੀ ਤੁਹਾਨੂੰ ਪੜ੍ਹਨੀਆਂ ਪੈਣੀਆਂ ਤਾਂ ਕਿ ਪਤਾ ਲੱਗ ਜਾਏ ਕਿ ਖੁਦਾ ਨੇ ਨਏ ਯਰੂਸ਼ਲਮ ਦੇ ਆਉਣ ਦੇ ਬਾਵਜੂਦ ਵੀ ਇਹ ਵੀ ਉਹਦਾ ਹਿੱਸਾ ਹੋਏਗਾ। ਚਲੋ, ਇਹ ਬਹੁਤ ਜ਼ਰੂਰੀ ਹੈ ਕਿਉਂਕਿ ਤੁਸੀਂ ਰੁਕੇ ਹੋ, ਹੁਣ ਬਾਈਬਲ ਹੀ ਜਵਾਬ ਦੇਗੀ ਔਰ ਇਹ ਬੜਾ ਅੱਛਾ ਹੈ ਜੀ। ਹਾਂਜੀ, ਸੋ ਇਸ ਲਈ ਆਪਾਂ ਖੁੱਲ੍ਹ ਕੇ ਸਵਾਲ ਕਰਨੇ ਨੇ, ਬਿਲਕੁਲ ਹੈ ਨਾ, ਨਾ ਵੀ ਕਵਾਂ ਤੁਸੀਂ ਕਿੱਥੇ ਛੱਡਣਾ ਜੀ। ਨਹੀਂ, ਸਾਡਾ ਆਪਣੇ ਸਵਾਲ ਵੀ ਹੈਗੇ ਆ ਤੇ ਸੁਣਨ ਵਾਲਿਆਂ ਦੇ ਵੀ ਹੋ ਸਕਦੇ ਆ, ਉਸ ਕਰਕੇ ਵੀ ਕਰ ਲਈਦੇ ਤਾਂ ਕਿ ਕਿਸੇ ਦਾ ਸਵਾਲ ਹੋਵੇ। ਹਾਂਜੀ, ਮੈਨੂੰ ਪਤਾ ਤੁਸੀਂ ਉਹ ਬਾਕੀ ਸਾਰਿਆਂ ਨੂੰ ਉਹਦੇ ਨੁਮਾਇੰਦੇ ਬਣ ਕੇ ਤੁਸੀਂ ਜੀ ਪ੍ਰੇਜ਼ ਦ ਲਾਰਡ। ਹਾਂਜੀ, ਆਪਾਂ ਪੜ੍ਹਦੇ ਹਾਂ ਜੀ ਦੂਜਾ ਇਤਿਹਾਸ 33:4 ਦੇ ਵਿੱਚ ਇਹ ਲਿਖਿਆ ਹੈ, ਉਸ ਨੇ ਪ੍ਰਭੂ ਦੇ ਮੰਦਰ ਵਿੱਚ ਵੀ ਵੇਦੀਆਂ ਬਣਾਈਆਂ, ਜਿਸ ਬਾਰੇ ਪ੍ਰਭੂ ਨੇ ਕਿਹਾ ਸੀ, ਯਰੂਸ਼ਲਮ ਵਿੱਚ ਮੇਰੇ ਨਾਂ ਦੀ ਆਰਾਧਨਾ ਕੀਤੀ ਜਾਵੇਗੀ। ਅੱਗੇ ਜੀ। ਹਾਂਜੀ, 5ਵੇਂ, ਉਸ ਨੇ ਪ੍ਰਭੂ ਦੇ ਮੰਦਰ ਦੇ ਦੋਹਾਂ ਵਿਹੜਿਆਂ ਵਿੱਚ ਆਕਾਸ਼ ਦੇ ਤਾਰਿਆਂ ਦੀ ਪੂਜਾ ਲਈ ਵੇਦੀਆਂ ਵੀ ਬਣਾਈਆਂ। ਅੱਗੇ ਜਰਮਾਇਆ ਦਾ ਪੜ੍ਹ ਲਓ। ਹਾਂਜੀ, ਉਸ ਨੇ ਪ੍ਰਭੂ ਦੇ ਮੰਦਰ ਵਿੱਚ ਆਕਾਸ਼ ਦੇ ਤਾਰਿਆਂ ਦੀ ਪੂਜਾ ਲਈ ਵੇਦੀਆਂ ਬਣਾਈਆਂ। ਅੱਗੇ ਪੜ੍ਹੋ। ਹਾਂਜੀ, ਉਸ ਨੇ ਬਨ ਹਿਨੋਮ ਦੀ ਵਾਦੀ ਵਿੱਚ ਆਪਣੇ ਪੁੱਤਰ ਨੂੰ ਹੋਮ ਬਲੀ ਕਰਕੇ ਚੜਾਇਆ। ਉਹ ਜੋਤਸ਼ੀਆਂ, ਭੂਤ ਕੱਢਣ ਵਾਲਿਆਂ ਦੇ ਜਾਦੂ ਟੂਣਿਆਂ ਕਰਨ ਵਾਲਿਆਂ ਕੋਲ ਜਾਂਦਾ ਸੀ। ਅੱਛਾ, ਕੁਝ ਸੋ ਉੱਤੇ ਉਹਨੇ ਦੱਸਿਆ ਕਿ ਇਹ ਜਰਮਾਇਆ 17:5 ਪੜ੍ਹ ਦਿਓ। ਓਕੇ ਜੀ, ਇਹ ਕਿਸੇ ਦੀ ਗੱਲ ਕਰ ਰਿਹਾ। ਹਾਂਜੀ, ਤੇ ਓਕੇ, ਜਰਮਾਇਆ ਜੀ 17:5। ਹਾਂਜੀ, ਹਾਲੇਲੂਇਆ। ਕਿਉਂਕਿ ਇਹ ਚੀਜ਼ਾਂ ਕਲੀਅਰ ਹੋਣਗੀਆਂ ਤੇ ਸਾਡੇ ਅੰਦਰ ਉਹ ਨਕਸ਼ਾ ਆਏਗਾ ਕਿ ਕੀ ਹੋ ਰਿਹਾ, ਕਿੱਥੇ ਬਲੀਆਂ ਚੜਾਈਆਂ ਜਾਣਗੀਆਂ, ਉਹ ਇਹੀ ਜਗ੍ਹਾ ਹੋਣੀ। ਇਸ ਲਈ ਮੈਂ ਇਹ ਅੱਗੇ ਜਾ ਜੀ। ਨਹੀਂ, ਤੁਸੀਂ ਇਹ ਕਹਿੰਦੇ ਵੀ ਇਹ ਪੁਰਾਣਾ ਯਰੂਸ਼ਲਮ ਨਵੇਂ ਯਰੂਸ਼ਲਮ ਦਾ ਹਿੱਸਾ ਹੋਏਗਾ ਕਿਉਂਕਿ ਉੱਥੇ ਹੀ ਉਤਰਨਾ ਹੈ। ਹਾਂ, ਉਸੇ ਜਗ੍ਹਾ ਉਸੇ ਜਗ੍ਹਾ ਉਤਰਨਾ ਹੈ। ਇਸੇ ਲਈ ਯਿਸੂ ਨੇ ਉਹ ਹੈਕਲ ਬਣਾਉਣੀ ਹੈ। ਠੀਕ ਹੈ, ਅੱਗੇ ਜਾ ਕੇ ਦੇਖਾਂਗੇ, ਬਹੁਤ ਸਵਾਲ ਨੇ ਕਲੀਅਰ ਹੋਣਗੇ। ਹਾਂ, ਉੱਥੇ ਜਦੋਂ ਹੋਊਗਾ ਫਿਰ ਸਾਰਾ ਕੁਝ ਨਵਾਂ ਹੀ ਬਣੂਗਾ ਉੱਥੋਂ ਦਾ। ਉਹਨੂੰ ਵੀ ਨਵਾਂ ਯਿਸੂ ਨੇ ਬਣਾਉਣਾ ਹੈ। ਜੈਸੇ ਕਿ ਅਸਾਂ ਹਰ ਮਜ਼ਦੂਨ ਦੇ ਵਿੱਚ ਦੇਖਿਆ
ਕਿ ਆਰਮਾਗਡਨ ਦੇ ਵਿੱਚ ਵੇਖਿਆ ਕਿ ਜਦੋਂ ਉਹ ਉਹਨਾਂ ਦਾ ਕੰਮ ਤਮਾਮ ਕਰੇਗਾ, ਜ਼ਲਜ਼ਲਾ ਆਏਗਾ, ਇੱਕ ਬਹੁਤ ਵੱਡਾ ਅਰਥਕੁਏਕ ਆਏਗਾ ਜਿਹਦੇ ਨਾਲ ਬਹੁਤ ਤਬਦੀਲੀਆਂ ਹੋਣਗੀਆਂ, 1000 ਸਾਲਾ ਬਾਦਸ਼ਾਹੀ ਲਈ ਉਹ ਤਿਆਰ ਕੀਤਾ ਜਾਊਗਾ। ਇਹ ਅਸੀਂ ਮਨੀਲੀਅਮ ਦੇ ਵਿੱਚ ਦੱਸਿਆ ਹੈ, ਠੀਕ ਹੈ। ਤੇ ਫਿਰ ਉਹ ਹੈਕਲ ਤੇ ਉਹਨਾਂ ਢਾਹ ਦੇਣੀ ਹੈ ਜਿਹੜੇ ਆਣਗੇ, ਤੇ ਉਹ ਫਿਰ ਯਿਸੂ ਬਣਾਏਗਾ। ਇਹ ਵੀ ਸਟੱਡੀਜ਼ ਹੋ ਗਈਆਂ ਨੇ, ਉਹਦੇ ਰੈਫਰੈਂਸਿਸ ਨੇ ਕਿ ਉਹ ਬਣਾਏਗਾ ਇੱਕ ਨਵੀਂ ਹੈਕਲ। ਯਾਦ ਆ ਰਿਹਾ ਨਾ? ਹਾਂਜੀ ਹਾਂਜੀ, ਉਹ ਮੈਂ ਤਾਂ ਨਹੀਂ ਟੱਚ ਕਰ ਰਿਹਾ, ਫਿਰ ਉਧਰ ਟੁੱਟ ਪਾਂਗੇ। ਹਾਂ ਉਹ ਤਾਂ ਜਿਹੜੀ, ਹਾਂ ਚਲੋ ਮੈਂ ਇਧਰ ਨਹੀਂ ਕਰਦਾ, ਉਹ ਤਾਂ ਥੋੜੇ ਚਿਰ ਲਈ ਜਿਹੜੀ ਹੁਣ ਬਣਨੀ ਆ, ਉਹ ਥੋੜੇ ਚਿਰ ਲਈ ਬਣਨੀ ਉਹਦਾ। ਕਿਹੜੀ ਜਿਹੜੀ? ਹਾਂ ਉਹ ਤੇ ਉਹ ਫਿੱਟ ਹੈ ਜਾਣੀ, ਟਰਬੂਲੇਸ਼ਨ ਦੇ ਦੌਰਾਨ ਹੀ ਬਣਨੀ ਆ ਉਹ ਫਿੱਟ ਹੈ ਜਾਣੀ। ਫਿਰ ਜਦੋਂ ਯਿਸੂ ਨੇ ਆਣਾ ਉਹ ਹੋਏਗੀ, ਉਹ ਇਟਰਨਲ ਹੋਏਗੀ, ਉਹ ਇਹਦੇ ਨਾਲ ਸ਼ਾਮਲ ਹੋਏਗੀ। ਇਸ ਲਈ ਇਹ ਅੱਗੇ ਅੱਗੇ ਚਲਾਂਗੇ। ਜੀ ਜੀ ਜੀ। ਉਹ ਮੈਂ ਚਾਹ ਰਿਹਾ ਕਿ ਫਿਰ ਉਹਦੇ ਰੈਫਰੈਂਸ ਦੇਾਂਗੇ ਤੇ ਸਾਡਾ ਟਾਈਮ ਲੱਗ ਜਾਣਾ ਹੈ। ਉਹ ਟਾਈਮ ਤਾਂ ਇੱਕਦਮ ਹੀ ਗੁਜ਼ਰ ਜਾਂਦਾ ਜੀ। ਹਾਲੇਲੂਇਆ। ਹਾਲਾਂਕਿ ਹਾਂਜੀ ਜੀ ਜੀ। ਅੱਲਾਹ ਜੀ, ਆਪਾਂ ਪੜ੍ਹਦੇ ਹੈਗੀ ਯਿਰਮਿਆ 17:25। ਇਹ ਕੀ ਕਿਉਂ ਪੜ੍ਹ ਰਹੇ ਹਾਂ ਕਿ ਜਿਹੜਾ ਜ਼ਮੀਨੀ ਯਰੂਸ਼ਲਮ ਹੈ, ਇਹ ਨਏ ਯਰੂਸ਼ਲਮ ਦਾ ਹਿੱਸਾ ਹੋਏਗਾ, ਕਿਉਂਕਿ ਇਹਦੇ ਤੋਂ ਬਗੈਰ ਫਿਰ ਅਸੀਂ ਅੱਗੇ ਸਾਡਾ ਕੰਮ ਰਲਣਾ ਨਹੀਂ। ਜੀ ਪੜ੍ਹਦੇ ਹੋ ਜੀ। ਇਹਦੇ ਵਿੱਚ ਲਿਖਿਆ ਹੈ, ਯਿਰਮਿਆ 17:25 ਵਿੱਚ ਲਿਖਿਆ ਹੈ, ਤਦ ਇਹਨਾਂ ਦੇ ਰਾਜਾ ਅਤੇ ਰਾਜਕੁਮਾਰ ਯਰੂਸ਼ਲਮ ਦੇ ਫਾਟਕਾਂ ਅੰਦਰ ਜਾਣਗੇ ਅਤੇ ਦਾਊਦ ਰਾਜਾ ਵਾਂਗ ਉਸ ਦੇ ਸ਼ਾਹੀ ਅਧਿਕਾਰ ਹੋਣਗੇ। ਉਹ ਯਹੂਦਾ ਅਤੇ ਯਰੂਸ਼ਲਮ ਦੇ ਲੋਕਾਂ ਸਮੇਤ ਰੱਥਾਂ ਤੇ ਘੋੜਿਆਂ 'ਤੇ ਸਵਾਰੀ ਕਰਨਗੇ ਅਤੇ ਯਰੂਸ਼ਲਮ ਸ਼ਹਿਰ ਹਮੇਸ਼ਾ ਲੋਕਾਂ ਨਾਲ ਭਰਿਆ ਰਹੇਗਾ। ਹਮੇਸ਼ਾ ਹਮੇਸ਼ਾ। ਜੀ 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 ਜੀ। ਅੱਛਾ, ਅੱਗੇ ਪੜ੍ਹ ਦਿਓ। ਸ਼ਾਇਦ ਇਜ਼ੀਕੀਏਲ ਜੀ, ਇਜ਼ੀਕੀਏਲ 34:7 ਤੁਸੀਂ ਦੱਸਿਆ ਜੀ। ਹਾਂਜੀ, ਆਪਾਂ ਪੜ੍ਹਦੇ ਹਾਂ ਜੀ ਇਜ਼ੀਕੀਏਲ ਉਹਦੀ 43 43 ਦੀ 7 ਦੇ ਵਿੱਚ ਲਿਖਿਆ ਹੈ। ਉਸ ਤਰ੍ਹਾਂ ਲਿਖਿਆ ਹੈ, ਲਿਖਿਆ ਹੈ ਹਾਂਜੀ ਜੀ। ਮਾਨਵ ਪੁੱਤਰ, ਇੱਥੇ ਮੇਰਾ ਸਿੰਘਾਸਣ ਹੈ, ਮੈਂ ਇੱਥੇ ਇਜ਼ਰਾਈਲੀ ਲੋਕਾਂ ਵਿਚਕਾਰ ਰਹਿੰਦਾ ਹਾਂ ਅਤੇ ਉਹਨਾਂ ਉੱਤੇ ਹਮੇਸ਼ਾ ਰਾਜ ਕਰਦਾ ਹਾਂ। ਹੁਣ ਨਾ ਇਜ਼ਰਾਈਲ ਲੋਕ ਅਤੇ ਨਾ ਉਹਨਾਂ ਦੇ ਰਾਜਾ ਦੂਜੇ ਦੇਵਤਿਆਂ ਦੀ ਪੂਜਾ ਕਰਕੇ ਨਾ ਇਸ ਥਾਂ ਉੱਤੇ ਆਪਣੇ ਰਾਜਿਆਂ ਦੀਆਂ ਲਾਸ਼ਾਂ ਦਫਨਾ ਕੇ ਮੇਰੇ ਪਵਿੱਤਰ ਨਾਂ ਨੂੰ ਅਪਮਾਨਿਤ ਕਰਨਗੇ। ਇਹ ਹੁਣ ਇੱਦਾਂ ਨਹੀਂ ਕਰਨਗੇ, ਜਿਹੜਾ ਕਿ ਹੁਣ ਜੈਸੇ ਵੀ ਹੈ। ਕਿਉਂਕਿ ਦੇਖੋ ਜੀ, ਇੱਕ ਗੱਲ ਯਾਦ ਰੱਖਣੀ ਹੈ ਕਿ ਨਇਆ ਯਰੂਸ਼ਲਮ ਇਹ ਦੁਨੀਆ ਦਾ ਸੈਂਟਰ ਹੋਏਗਾ, ਠੀਕ ਹੈ। ਤੇ ਇਹ ਲਿਖਿਆ ਦਾ 21:25 ਆਇਤ ਵਿੱਚ ਕਿ ਇਹਦੇ ਗੇਟ ਕਦੀ ਬੰਦ ਨਹੀਂ ਹੋਣਗੇ। ਲੋਕ ਆਣਗੇ, ਬਾਦਸ਼ਾਹ ਵੀ ਹੋਣਗੇ ਉਦੋਂ, ਉਹ ਸਾਰੇ ਆਣਗੇ ਤੇ ਇੱਥੇ ਮੱਥਾ ਟੇਕਣਗੇ। ਔਰ ਬੜੇ ਮਜ਼ੇ ਦੀ ਗੱਲ ਹੈ ਕਿ ਇਸ ਦੌਰ ਦੇ ਵਿੱਚ ਪਿਤਾ ਪਰਮੇਸ਼ਵਰ ਨੂੰ ਲੋਕ ਵੇਖਣਗੇ। ਹੁਣ ਇੱਕ ਲੋਕ ਕਿਹੜੇ ਹੋਣਗੇ? ਸੋ ਇਹ ਸਟੈਪ ਬਾਈ ਸਟੈਪ ਚੱਲਾਂਗੇ, ਸਾਰਾ ਕੁਝ ਕਲੀਅਰ ਹੋਏਗਾ। ਤੇ ਇੱਥੇ ਜਿਹੜਾ ਦਾਊਦ ਰਾਜੇ ਦਾ ਤੁਸੀਂ ਪੜ੍ਹਿਆ ਨਾ, ਇਹ ਦਾਊਦ ਰਾਜੇ ਦਾ ਵੀ ਇੱਕ ਰੈਫਰੈਂਸ ਨੋਟ ਕਰ ਲਓ ਹੋਰ। ਹਿਸਕੀਏਲ 37:24 ਤੋਂ 28 ਦੇ ਵਿੱਚ ਹੋਰ ਹੋਏਗਾ ਕਿ ਦਾਊਦ ਰਾਜਾ ਵੀ 12 ਕਬੀਲਿਆਂ ਉੱਤੇ ਹੋਏਗਾ ਇੰਚਾਰਜ। ਜੀ ਅੱਗੇ ਸਰ ਇਹਦੀ 7ਵੀਂ ਆਇਤ ਪੜ੍ਹ ਦਿੱਤੀ ਹੈ ਹਿਸਕੀਏਲ ਦੀ, ਹੈ ਨਾ? ਹਾਂ 7ਵੀਂ ਪੜ੍ਹਤੀ। ਅੱਛਾ ਜੀ। ਸੋ ਇਹ ਹੁਣ ਅੱਗੇ ਅਗਲਾ ਪੁਆਇੰਟ ਡੀ ਕਰ ਲਓ। ਯਰੂਸ਼ਲਮ ਦੇ ਵਿੱਚ ਖੁਦਾ ਖੁਦ ਫਿਜ਼ੀਕਲੀ ਮਤਲਬ ਆਪਣੇ ਲੋਕਾਂ 'ਚ ਖੁਸ਼ੀ ਕਰੇਗਾ, ਠੀਕ ਹੈ, ਖੁਸ਼ੀ ਕਰੇਗਾ, ਉਹਨੂੰ ਵੇਖ ਸਕਣਗੇ ਲੋਕ। ਫਿਰ ਉੱਥੇ ਰੋਣਾ ਨਹੀਂ ਹੋਏਗਾ, ਮਾਤਮ ਨਹੀਂ ਹੋਏਗਾ, ਹੈ। ਤੇ ਇਹ ਵੀ ਇੱਕ ਬਹੁਤ ਵੱਡਾ ਪ੍ਰੂਫ ਹੋਏਗਾ। ਯਰੂਸ਼ਲਮ ਦੇ ਜਿਹੜੇ ਜਦੋਂ ਖੁਦਾ ਨਏ ਯਰੂਸ਼ਲਮ ਉਤਰੇਗਾ, ਉਹਦੇ ਨਾਲ ਜਦੋਂ ਉਹਦਾ ਸਿੰਘਾਸਣ ਆਏਗਾ ਨਏ ਯਰੂਸ਼ਲਮ ਦੇ ਨਾਲ, ਤੇ ਉਦੋਂ ਇਹ ਚੀਜ਼ਾਂ ਮੁਕਾ ਦਿੱਤੀਆਂ ਜਾਣਗੀਆਂ। ਕਿਹੜੀਆਂ? ਕਿ ਰੈਵਲੇਸ਼ਨ 21:1-5 ਦੇ ਵਿੱਚ
ਕਿ ਫਿਰ ਉੱਥੇ ਨਾ ਰੋਣਾ ਰਹੇਗਾ, ਨਾ ਕੋਈ ਮਾਤਮ ਰਹੇਗਾ। ਔਰ ਇਹ ਸਾਰੀਆਂ ਚੀਜ਼ਾਂ ਰੈਵਲੇਸ਼ਨ 21 ਦੀ 1 ਤੋਂ 5 ਵਿੱਚ ਨੇ। ਇਹ ਪਹਿਲਾ ਪੁਆਇੰਟ ਹਾਲਾ ਹੋਇਆ। ਤੇ ਅੱਗੇ ਦੂਸਰਾ ਪੁਆਇੰਟ ਅਸੀਂ ਵੇਖ ਲਈਏ ਛੇਤੀ ਛੇਤੀ ਕਿ ਯਸਾਇਆ 66 ਦੀ ਅਜ਼ਾਇਆ ਚੈਪਟਰ 66 ਵਰਸ 22 ਤੋਂ 24 ਇਹ ਖੁਦਾ ਨੇ ਬਨੀ ਇਸਰਾਈਲ ਕੌਮ ਨੂੰ, ਯਾਨੀ ਯਸਾਇਆ 66 ਦੀ 22 ਤੋਂ 24 ਦੇ ਵਿੱਚ ਖੁਦਾ ਨੇ ਇੱਕ ਵਾਰ ਫਿਰ ਬਨੀ ਇਸਰਾਈਲ ਨੂੰ ਇੱਕ ਸ਼ਿਓਰਟੀ ਦਿੱਤੀ ਹੈ। ਕੀ ਦਿੱਤੀ ਹੈ? ਤਸੱਲੀ ਦਿੱਤੀ ਹੈ ਕਿ ਉਹ ਇੱਕ ਅਬਦੀ ਕੌਮ ਹੈ, ਯਾਨੀ ਇਹ ਮੁੱਕਣ ਵਾਲੀ ਨਹੀਂ ਹੈ, ਸਦਾ ਦੀ ਕੌਮ ਹੈ। ਜਦੋਂ ਤੱਕ ਨया ਸਵਰ ਤੇ ਨਈ ਜ਼ਮੀਨ ਕਾਇਮ ਨਾ ਹੋ ਜਾਣ। ਸੋ ਅਸੀਂ ਦੇਖਿਆ ਕਿ ਇਹ ਵੀ ਇਹਨਾਂ 'ਚ ਸ਼ਾਮਲ ਹੋਣਗੇ। ਯਸਾਇਆ 66 ਦੀ 22 ਤੋਂ 24 ਦੇ ਵਿੱਚ ਇਹ ਉਹਨਾਂ ਨੂੰ ਇੱਕ ਸ਼ਿਓਰਟੀ ਦਿੱਤੀ ਹੈ। ਇਹ ਚੀਜ਼ਾਂ ਵੀ ਕਾਇਮ ਰਹਿਣਗੀਆਂ, ਯਾਨੀ ਕਿ ਇਸਰਾਈਲ ਦਾ ਨਾਂ ਤੇ ਉਹਦੀ ਨਸਲ, ਠੀਕ ਹੈ, ਉਹਦੀ ਕੀ ਕਹਿ ਲਓ ਪੀੜ੍ਹੀਆਂ। ਸੋ ਇਹਦਾ ਰੈਫਰੈਂਸ ਲਿਖ ਲਓ ਅਜ਼ਾਇਆ 59 ਦੀ 21, ਅਜ਼ਾਇਆ 49 ਦੀ 21। ਸੋ ਜੇ ਇਹ ਗੱਲ ਇਸਰਾਈਲ ਲਈ ਹੈਗੀ ਹੈ ਤੇ ਬਾਕੀ ਲੋਕਾਂ ਲਈ ਵੀ ਇਹ ਹੋਏਗੀ ਕਿ ਉਹ ਵੀ ਸਦਾ ਤੱਕ ਰਹਿਣਗੇ, ਠੀਕ ਹੈ। ਸੋ ਇਹ ਫਿਰ ਅੱਗੇ ਕਿ ਖੁਦਾ ਦੇ ਹਜ਼ੂਰ ਇਹ ਅਗਲੀ ਗੱਲ ਹੋ ਰਹੀ ਹੈ ਕਿ ਨੰਬਰ 2 ਪੁਆਇੰਟ ਇਹ 'ਚ ਕਿ ਖੁਦਾ ਦੇ ਹਜ਼ੂਰ ਨਏ ਚੰਨ ਤੇ ਨਏ ਸਬਤ, ਠੀਕ ਹੈ, ਦੀ ਇਬਾਦਤ ਸਾਰੇ ਲੋਕ ਕਰਨਗੇ। ਇਹ ਦੁਬਾਰਾ ਇਹ ਸਿਸਟਮ ਸ਼ੁਰੂ ਹੋ ਜਾਣਾ ਜੇ, ਠੀਕ ਹੈ। ਖੁਦਾ ਦੇ ਹਜ਼ੂਰ ਨਏ ਚੰਨ 22 ਆਇਤ ਵਿੱਚ ਰਹਿਣਾ। ਪੜ੍ਹ ਦਿਓ। ਹਾਂ, ਇਹ ਆਪਣੇ ਜੀ ਇਜ਼ਾਇਆ 66 ਦੀ 22 ਤੋਂ 24 ਵਿੱਚ ਲਿਖਿਆ ਹੈ। ਪ੍ਰਭੂ ਕਹਿੰਦਾ ਹੈ, ਜਿਸ ਤਰ੍ਹਾਂ ਨਵੀਂ ਧਰਤੀ ਤੇ ਨਵਾਂ ਆਕਾਸ਼ ਮੇਰੀ ਸ਼ਕਤੀ ਨਾਲ ਸਥਿਰ ਰਹਿਣਗੇ, ਬਿਲਕੁਲ ਠੀਕ ਹੈ, ਉਸੇ ਤਰ੍ਹਾਂ ਤੇਰਾ ਵੰਸ਼ ਅਤੇ ਨਾਂ ਸਥਿਰ ਰਹਿਣਗੇ। ਫਿਰ 23ਵੀਂ ਆਇਤ ਵਿੱਚ ਲਿਖਿਆ ਹੈ, ਹਰ ਨਵੇਂ ਚੰਦਰਮਾ ਦੇ ਤਿਉਹਾਰ ਸਬਤ ਵਾਲੇ ਦਿਨ ਸਭ ਕੌਮਾਂ ਦੇ ਲੋਕੀ ਮੇਰੀ ਉਪਾਸਨਾ ਕਰਨ ਇੱਥੇ ਯਰੂਸ਼ਲਮ ਵਿੱਚ ਆਉਣਗੇ। ਹਾਂ, ਜਿੱਦਾਂ ਉਹ ਵੀ ਹੁਣ ਯਹੂਦੀ ਜਦੋਂ ਕਰਦੇ ਹੁੰਦੇ ਸੀਗੇ, ਹੈ ਨਾ, ਹੁਣ ਸਾਰੇ ਕੌਮਾਂ ਆਉਣਗੀਆਂ ਜਿਹੜੀਆਂ ਚੰਦਰਮਾ ਦੀ ਪੂਜਾ ਨਹੀਂ, ਉਸ ਦਿਨ ਨਵੇਂ ਚੰਦਰਮਾ ਵਾਲੇ ਦਿਨ ਯਰੂਸ਼ਲਮ ਵਿੱਚ ਆ ਕੇ ਪਿਤਾ ਪਰਮੇਸ਼ਰ ਦੀ ਪੂਜਾ ਕਰਨ। ਹਾਂ, ਕਿਉਂਕਿ ਯਹੂਦੀ ਸਿਸਟਮ ਚੰਦਰਮਾ ਦੇ ਨਾਲ ਹੀ, ਚੰਦ ਦੇ ਹਿਸਾਬ ਨਾਲ ਹੀ ਇਹਨਾਂ ਦਾ ਕੈਲੰਡਰ ਸੈੱਟ ਹੁੰਦਾ ਹੈ। ਇਹ ਯਾਦ ਰੱਖੀਏ ਕਿ ਜਿਹੜਾ ਸਾਡਾ ਕੈਲੰਡਰ ਹੈ ਉਹ ਜਾਰਜੀਅਨ ਕੈਲੰਡਰ ਕਹਿਲਾਉਂਦਾ ਹੈ। 365 ਦਿਨਾਂ ਦਾ ਸਾਲ ਦੇ ਵਿੱਚ 365 ਦਿਨ ਇੱਕ ਸਾਲ ਹੈ। ਯਹੂਦੀ ਕੈਲੰਡਰ ਜਦੋਂ ਕਿ ਚੰਦਰਮਾ ਦੇ ਹਿਸਾਬ ਨਾਲ ਲੋਕ ਕਰਦੇ ਨੇ, ਉਹ 360 ਦਿਨਾਂ ਦਾ ਹੈ। ਸੋ ਬਾਈਬਲ ਦੇ ਵਿੱਚ ਜਦੋਂ ਅਸੀਂ ਕੋਈ ਕੈਲਕੂਲੇਸ਼ਨ ਕਰਨੀ ਹੁੰਦੀ ਹੈ ਆਪਣੀ ਜਾਣਕਾਰੀ ਲਈ, ਉਹ 365 ਵਿੱਚ ਕਰੋਗੇ ਤਾਂ ਉਹ ਰੱਲੇਗਾ ਨਹੀਂ, ਬਲਕਿ 360 ਦੇ ਨਾਲ ਉਹਨੂੰ ਤੁਸੀਂ ਵਰਕ ਕਰੋਗੇ ਤੇ ਉਹ ਆਏਗਾ। ਟਾਈਮ ਹੋ ਗਿਆ ਜੀ। ਓਕੇ, ਕੋਈ ਨਹੀਂ। 24 ਵੀ ਅੱਜ ਵੀ ਨਾਲ ਲੱਗਦੀ ਪੜ੍ਹਦੀ ਹੈ ਜੀ। ਇਹ ਥੋੜ੍ਹਾ ਜਿਹਾ ਹਿੰਟ, ਥੋੜ੍ਹਾ ਮੈਨੂੰ ਜਿਹੜੀ ਤੁਸੀਂ ਕਹੀ ਸੀ ਗੱਲ, ਹੈ ਨਾ, ਉਹ ਲੇਕ ਆਫ ਫਾਇਰ ਕਿੱਥੇ ਹੋਏਗਾ? ਅੱਛਾ ਜੀ, ਹਾਂਜੀ, ਕੋਈ ਗੱਲ ਨਹੀਂ, ਉਹੀ ਉਹਦੇ ਨਾਲ ਰਿਲੇਟਡ ਹੈ ਜੀ। ਤਾਂ ਆ ਗਿਆ ਮੈਂ, ਮਤਲਬ ਉਹ ਕੀ ਕਹਿ ਲੇਕ ਆਫ ਫਾਇਰ ਕੀ ਹੈ? ਅੱਗ ਦੀ ਚੀਜ਼। ਹਾਂਜੀ, ਇਹਦੇ ਵਿੱਚ ਯਸਾਇਆ ਆਪਣੇ 66 ਦੀ 24 ਆਇਤ ਵਿੱਚ ਲਿਖਿਆ ਹੈ। 22 ਤੋਂ 24 ਮੈਂ ਕਹੀ ਸੀ ਜੀ, ਇਸ ਕਰਕੇ 24 ਰਹਿ ਗਈ। ਹਾਂ, ਹਾਂਜੀ। ਜਦੋਂ ਉਹ ਫਿਰ ਦੇਖਿਆ, ਓਕੇ, 23 ਨਾਲ ਕਨੈਕਟ ਕਰਦੇ ਫਿਰ ਚੱਲਦੇ 23 ਦੁਬਾਰਾ ਪੜ੍ਹਦੇ, 23 24 ਇਕੱਠੇ ਪੜ੍ਹਦੇ, ਉਹਨੂੰ ਇਕੱਠੇ ਹੀ ਕਰਦੇ। ਹਾਂਜੀ, ਫਿਰ ਲਿਖਿਆ, ਹਰ ਨਵੇਂ ਚੰਦਰਮਾ ਤੇ ਤਿਉਹਾਰ ਸਬਤ ਵਾਲੇ ਦਿਨ ਸਭ ਕੌਮਾਂ, ਇਹ ਜਦੋਂ ਨਵਾਂ ਧਰਤੀ ਨਵਾਂ ਆਕਾਸ਼ ਦੇ ਵਿੱਚ ਉਸ ਟਾਈਮ ਗੱਲ ਕਰ ਰਿਹਾ ਨਾ, ਤੇ ਅਟਲ ਕੌਮਾਂ ਆ ਕੇ ਮੇਰੀ ਯਰੂਸ਼ਲਮ ਵਿੱਚ ਮੇਰੀ ਉਪਾਸਨਾ ਕਰੋਗੇ, ਹੈ ਨਾ। ਜਦੋਂ ਉਹ ਉੱਥੇ ਜਾਣਗੇ, ਯਰੂਸ਼ਲਮ ਦੇ ਵਿੱਚ ਨਾ ਜਾਣਗੇ, ਤਾਂ ਉਹ ਉਹਨਾਂ ਲੋਕਾਂ ਦੀਆਂ ਲਾਸ਼ਾਂ ਨੂੰ ਦੇਖਣਗੇ ਜਿਨ੍ਹਾਂ ਮੇਰੇ ਵਿਰੁੱਧ ਵਿਦਰੋਹ ਕੀਤਾ ਸੀ। ਉਹਨਾਂ ਨੂੰ ਲੱਗਾ ਕੀੜਾ ਕਦੀ ਨਹੀਂ ਮਰਦਾ ਅਤੇ ਉਹਨਾਂ ਨੂੰ ਲੱਗੀ ਅੱਗ ਕਦੀ ਨਹੀਂ ਬੁਝਦੀ। ਉਹ ਉਹਨਾਂ ਨੂੰ ਦੇਖ ਕੇ ਸਭ ਮਾਨਵ ਘਿਰਣਾ ਕਰਨਗੇ। ਅੱਛਾ, ਇਹਦਾ ਇੱਕ ਰੈਫਰੈਂਸ ਹੋਰ ਲਿਖ ਲਓ, ਰੈਵਲੇਸ਼ਨ 14 ਦੀ 9 ਤੋਂ 11 ਦੇ ਵਿੱਚ
ਕਿ ਇਹ ਕਿਉਂ ਉਹਨਾਂ ਨੂੰ ਇਹ ਉਹਨਾਂ ਲਈ ਵੀ ਇਹ ਸਾਰਾ ਸਿਸਟਮ ਦੱਸਿਆ ਜਾਏਗਾ ਤਾਂ ਜੋ ਉਹਨਾਂ ਨੂੰ ਸਬਕ ਮਿਲ ਜਾਏ। ਮਤਲਬ ਉਹ ਵੇਖਦੇ ਰਹਿਣਗੇ ਤੇ ਉਹਦੇ 'ਚ ਰਹਿਣਗੇ। ਸੋ ਇਹ ਜ਼ਾਹਿਰ ਹੁੰਦਾ ਹੈ ਕਿ ਉਦੋਂ ਜਿਹੜਾ ਲਾਅ ਵੇ ਉਹ ਵੀ ਇਹਨਾਂ ਚੀਜ਼ਾਂ ਤੋਂ, ਕਿਉਂਕਿ ਦੇਖੋ ਬਾਈਬਲ ਦੇ ਵਿੱਚ ਇਹ ਜਿਹੜੇ ਨਏ ਚੰਨ ਤੇ ਸਬਤ ਇਹ ਬਾਈਬਲ ਦੇ ਵਿੱਚ ਮੂਸਾ ਦੇ ਲਾਅ ਦੇ ਵਿੱਚ ਜਾਂ ਨੇਮ ਵਿੱਚ ਸ਼ਾਮਲ ਨੇ, ਇਹ ਵੀ ਇਟਰਨਲ ਹੋਣਗੇ। ਇਸ ਲਈ ਇਹ ਲਾਅ ਜਾਂ ਮੋਜ਼ਸ ਲਾਅ ਨੂੰ ਅਸੀਂ ਰਿਜੈਕਟ ਨਹੀਂ ਕਰ ਸਕਦੇ, ਕਿਉਂਕਿ ਇੱਕ ਵਰਸ ਸੀਗੀ ਦੱਸੀ ਕਿ ਯਿਸੂ ਵੀ ਪਰਫੈਕਟ ਲਾਅ ਹੈਗਾ। ਠੀਕ ਹੈ, ਲਾਅ ਦੇ ਮੁਤਲਕ ਨਹੀਂ। ਸੋ ਇਹ ਤੁਸੀਂ ਬੜਾ ਅੱਛਾ ਪੜ੍ਹਿਆ ਕਿ ਜਿਹੜੇ ਖੁਦਾ ਦੇ ਖਿਲਾਫ ਬਗਾਵਤ ਕਰਨ ਵਾਲੇ ਨੇ ਲੋਕ ਨੇ ਉਹ ਐਸੀ ਜਗ੍ਹਾ ਜਾਣਗੇ ਅੱਗ ਦੀ ਝੀਲ ਜਿੱਥੇ ਉਹਦੇ ਕੀੜਾ ਵੀ ਨਹੀਂ ਮਰੇਗਾ, ਹਾਂਜੀ। ਅਤੇ ਲੋਕ ਜਿਹੜੇ ਨੇ ਉਹ ਉੱਥੇ ਹਮੇਸ਼ਾ ਲਈ, ਸਦਾ ਲਈ, ਇਹ ਵੀ ਇਟਰਨਲ ਹੈ, ਯਾਨੀ ਸਦਾ ਦੇ ਲਈ ਹੈ। ਠੀਕ ਹੈ, ਸੋ ਇਹ ਸਾਰਾ ਕੁਛ ਪੁਆਇੰਟ 2 ਤੇ ਆਇਆ ਜੇ, है ना। ਤੇ ਤੀਸਰਾ ਪੁਆਇੰਟ ਅਗਲੀ ਸਟੱਡੀ 'ਚ ਕਰ ਲਓ, ਟਾਈਮ ਹੀ ਫਿਨਿਸ਼ ਕਰਦੇ ਜੀ, ਕਾਫੀ ਲੰਬਾ ਹੋ ਗਿਆ। ਪਰਮੇਸ਼ਰ ਪਿਤਾ ਆਪ ਦਾ ਸ਼ੁਕਰ ਕਰਦੇ ਹਾਂ ਆਪ ਦੇ ਇਸ ਵਚਨ ਦੇ ਲਈ, ਔਰ ਜੋ ਕੁਝ ਵੀ ਪਵਿੱਤਰ ਆਤਮਾ ਦੁਆਰਾ ਬੋਲਿਆ ਗਿਆ, ਸਮਝਿਆ ਗਿਆ, ਪੜ੍ਹਿਆ ਗਿਆ ਪਰਮੇਸ਼ਰ ਪਿਤਾ, ਉਹ ਸਾਰਾ ਸਾਡੇ ਅੰਦਰ ਵਸ ਜਾਏ ਪਰਮੇਸ਼ਰ ਪਿਤਾ, ਔਰ ਉਹ ਬਹੁਤ ਸਾਰਾ ਫਲ ਲੈ ਕੇ ਆਏ ਪਰਮੇਸ਼ਰ ਪਿਤਾ। ਆਪ ਦਾ ਵਚਨ, ਪਵਿੱਤਰ ਵਚਨ ਇਹ ਵਧੇ ਫੁੱਲੇ ਪਰਮੇਸ਼ਰ ਪਿਤਾ, ਔਰ ਆਪ ਦੇ ਰਾਜ ਦੇ ਲਈ ਕੰਮ ਹੋਵੇ ਪਰਮੇਸ਼ਰ ਪਿਤਾ। ਸਾਰੇ ਵਚਨ ਨੂੰ ਯਿਸੂ ਮਸੀਹ ਦੇ ਪਵਿੱਤਰ ਲਹੂ ਦੇ ਵਿੱਚ ਢੱਕਦੇ ਹਾਂ, ਸੀਲ ਕਰਦੇ ਹਾਂ, ਤਾਂ ਕਿ ਦੁਸ਼ਮਣ ਚੁਰਾ ਨਾ ਸਕੇ। ਜੋ ਚੋਰ ਹੈ, ਜੋ ਚੋਰੀਆਂ ਕਰਦਾ, ਕੀਮਤੀ ਚੀਜ਼ਾਂ ਚੁਰਾਉਂਦਾ ਆ, ਔਰ ਇਸ ਵਚਨ ਨੂੰ ਪਰਮੇਸ਼ਰ ਪਿਤਾ ਅਸੀਂ ਯਿਸੂ ਦੇ ਪਵਿੱਤਰ ਲਹੂ ਦੇ ਵਿੱਚ ਢੱਕਦੇ ਹਾਂ, ਔਰ ਜੋ ਵੀ ਇਸ ਨੂੰ ਸੁਣੇ ਉਹ ਬਰਕਤ ਪਾਵੇ। ਔਰ ਇਹ ਸਭ ਕੁਝ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਨਾਮ ਦੇ ਵਿੱਚ। ਹਾਲੇਲੂਇਆ, ਆਮੀਨ।